ਇਨਫੋਰਮੇਸ਼ਨ ਟੀਵੀ ਚੈਨਲ ਫਿਲਾਡੈਲਫੀਆ ਵਿੱਚ ਐਵਰੀ 2 ਵੀਕ 15 ਦਿਨਾਂ ਬਾਅਦ ਮਿਲਦੇ ਆ। ਤੇ ਹਰ ਵਾਰੀ ਸਾਡੇ ਨਾਲ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਐਕਸਪਰਟ ਆਉਂਦੇ ਆ ਤੇ ਜਿਨ੍ਹਾਂ ਨਾਲ ਆਪਾਂ ਗੱਲਾਂ ਕਰਦੇ ਆ ਤਾਂ ਕਿ ਆਪਣੀ ਕਮਿਊਨਿਟੀ 'ਚ ਕੋਈ ਵੀ ਪ੍ਰੋਬਲਮ ਹੈ ਕਿਸੇ ਨੂੰ ਫਿਕਸ ਕਰ ਸਕੀਏ, ਕਮਿਊਨਿਟੀ ਵਿੱਚ ਗੈਟ ਟੂਗੈਦਰ ਹੋਈਏ, ਕਿਸੇ ਗੱਲ ਦੀ ਅਵੇਅਰਨੈਸ ਪੈਦਾ ਕਰੀਏ। ਤੇ ਅੱਜ ਉਹਦੇ ਵਾਸਤੇ ਹੀ ਸਾਡੇ ਨਾਲ ਜੁਆਇਨ ਕਰਨਗੇ ਸਿਮਰਨਜੀਤ ਕੌਰ ਬਸਰਾ। ਇਹ ਮੈਡੀਕਲ ਦੇ ਆਪਣੇ ਮੈਂਟਲ ਹੈਲਥ ਅਵੇਅਰਨੈਸ ਬਾਰੇ ਗੱਲ ਕਰਨਗੇ। ਹੋਰ ਆਪਣੇ ਆਪ ਨੂੰ ਕੀ ਜ਼ਿੰਦਗੀ 'ਚ ਤੁਹਾਡੇ ਆਪਣੀਆਂ ਪ੍ਰੋਬਲਮ ਆਉਂਦੀਆਂ ਤੁਸੀਂ ਕਿਵੇਂ ਸੋਲਵ ਕਰੋਗੇ ਉਹਦੇ ਬਾਰੇ ਗਾਈਡ ਕਰਨਗੇ। ਤੇ ਸਾਡੇ ਨਾਲ ਗੁਰਮੀਤ ਕੌਰ ਹਰਪਾਲ ਭੈਣ ਜੀ ਉਹ ਵੀ ਜੁੜੇ ਹੋਏ ਆ ਕੈਲਗਰੀ ਤੋਂ। ਤੇ ਹੋਰ ਸਾਡੇ ਨਾਲ ਵੀ ਬਹੁਤ ਜੁੜ ਰਹੇ ਇੰਡੀਆ। ਥੈਂਕਸ ਐਵਰੀਵਨ ਫॉर ਜੁਆਇਨਿੰਗ। ਹਾਂਜੀ, ਆਪਾਂ ਸਟਾਰਟ ਕਰਦੇ ਹਾਂ ਸਿਮਰਨਜੀਤ ਕੌਰ ਦੇ ਨਾਲ। ਹਾਂਜੀ, ਸਤਿ ਸ੍ਰੀ ਅਕਾਲ ਬੇਟਾ। ਤੁਹਾਡਾ ਪਹਿਲਾਂ ਆਪਣੇ ਬਾਰੇ ਇੰਟਰੋਡਕਸ਼ਨ ਦਿਓਗੇ ਕੁਛ ਨਾ ਕੁਛ ਥੋੜਾ ਡਿਟੇਲ ਕੁਛ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। My name is Simranjeet Kaur Basra and I'm 21 years old. ਮੈਂ ਆਪਣੀ ਹਾਈ ਸਕੂਲ ਐਜੂਕੇਸ਼ਨ ਇੰਡੀਆ ਤੋਂ ਕੰਪਲੀਟ ਕੀਤੀ ਆ। Then I did business management and supply chain from Canada. In addition to this, I have done short-term orientation program in counseling and guiding psychology. So today's topic is all about when to see a psychiatrist. Like it's all about mental health awareness and ਬਹੁਤ ਜਿਹੇ ਲੋਕੀ ਸਾਡੇ ਨਾਲ ਇਦਾਂ ਦੇ ਨੇ, ਈਵਨ ਸਾਡੀ ਫੈਮਲੀਜ਼ ਵਿੱਚ, ਸਾਡੇ ਫਰੈਂਡਸ, ਨੇਬਰ, ਲਾਈਕ ਹਰ ਪਾਸੇ ਆਪਾਂ ਵੇਖ ਸਕਦੇ ਹਾਂ ਕਿ ਜਿਹੜੀ ਮੈਂਟਲ ਹੈਲਥ ਇਹਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ। ਸੋ ਅੱਜ ਆਪਾਂ ਇਸ ਤੇ ਸਾਰੇ ਜਣੇ ਰਲ ਕੇ ਡਿਸਕਸ਼ਨ ਕਰਾਂਗੇ। ਥੈਂਕ ਯੂ, ਥੈਂਕਸ ਫॉर। ਸੋ ਇਹ ਦੱਸਿਆ ਕਿ ਸਿਮਰਨਜੀਤ ਕੌਰ ਨੇ ਜਿਹੜਾ ਆਪਣਾ ਸਬਜੈਕਟ ਇਹੀ ਹੈ ਮੈਂਟਲ ਹੈਲਥ ਬਾਰੇ ਇਹ ਡਿਸਕਸ ਕਰਨਗੇ। ਤੇ ਇਹ ਤੋਂ ਪਹਿਲਾਂ ਕਿ ਸਟਾਰਟ ਕਰੀਏ, ਹਾਂਜੀ ਗੁਰਮੀਤ ਕੌਰ ਭੈਣ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਕੈਲਗਰੀ ਤੋਂ ਗੁਰਮੀਤ ਕੌਰ ਭੈਣ ਜੀ ਸਾਡੇ ਨਾਲ ਜੁੜੇ ਹੋਏ ਆ। ਬਸ ਜੀ, ਮੇਰਾ ਵੀ ਮਤਲਬ ਕੈਲਗਰੀ ਦੇ ਵਿੱਚ ਲਾਸਟ 45 ਇਅਰਸ ਤੋਂ ਮੇਰੀ ਵੋਲੰਟੀਅਰ ਸਰਵਿਸ ਹੈਗੀ ਮੈਂਟਲ ਹੈਲਥ ਵਿੱਚ। ਔਰ ਲੋਕਾਂ ਦੇ ਜਿਹੜੇ ਲੇਡੀਜ਼ ਆ ਸਪੈਸ਼ਲੀ ਉਹਨਾਂ ਨਾਲ ਮੈਂ 2 ਗਰੁੱਪ ਮੇਰੇ ਬਣੇ ਹੋਏ ਨੇ। ਇੱਕ ਮੇਰਾ ਗਰੁੱਪ ਬਣਿਆ ਹੋਇਆ ਮੈਡੀਟੇਸ਼ਨ ਦਾ, ਜਿਹਦੇ ਵਿੱਚ ਮੈਂ ਸਪਿਰਿਚੁਅਲਿਟੀ ਟੀਚ ਕਰਦੀ ਹਾਂ ਕਿ ਹਾਊ ਟੂ ਅਟੇਨ ਪੀਸ ਵਿਦਨ, ਹਾਊ ਟੂ ਅਟੇਨ ਦਾ ਸਟੇਬਿਲਿਟੀ ਇਨ ਲਾਈਫ। ਤੇ ਨਾਲ ਉਹਦੀ ਮੈਡੀਟੇਸ਼ਨ ਹੁੰਦੀ ਆ ਤੇ ਸਾਰਾ ਬੇਸ ਜਿਹੜਾ ਮੇਰਾ ਸਾਇੰਟੀਫਿਕਲੀ ਸਪਿਰਿਚੁਅਲਿਟੀ ਆ ਤੇ ਨਾਲ ਗੁਰਬਾਣੀ ਬੇਸ ਹੈ। ਤੇ ਦੂਸਰਾ ਮੇਰਾ ਇੱਕ ਹੋਰ ਗਰੁੱਪ ਆ ਲੇਡੀਜ਼ ਆ, ਜਿਹਦੇ ਵਿੱਚ ਮੈਂ ਲੇਡੀਜ਼ ਦੇ ਹਿਡਨ ਟੈਲੈਂਟਸ ਨੂੰ ਡਿਵੈਲਪ ਕਰਦੀ ਹਾਂ, ਜਿਵੇਂ ਕਿ ਸਿੰਗਿੰਗ ਹੋ ਗਿਆ, ਰਾਈਟਿੰਗ ਹੋ ਗਿਆ, ਸਪੀਕਿੰਗ ਸਕਿੱਲ ਹੋ ਗਏ, ਡਾਂਸਿੰਗ ਹੋ ਗਿਆ। ਕੋਈ ਵੀ ਜਿਹੜੀ ਉਹਨਾਂ ਦੇ ਅੰਦਰ ਹਿਡਨ ਟੈਲੈਂਟਸ ਹੈਗਾ ਉਹਨੂੰ ਮੈਂ ਇੱਕ ਪਲੇਟਫਾਰਮ ਦਿੰਦੀ ਹਾਂ ਐਜ਼ ਏ ਆਰਗੇਨਾਈਜੇਸ਼ਨ, ਤਾਂ ਕਿ ਉਹ ਆਪਣਾ ਸਕਿੱਲ ਜਿਹੜਾ ਆਪਣਾ ਟੈਲੈਂਟਸ ਆ ਡਿਵੈਲਪ ਕਰਕੇ ਉਹ ਹੀ ਟੈਲੈਂਟਸ ਆਪਣੀ ਮੋਰਲ ਸਪੋਰਟ ਜਿਹੜੀ ਆ ਉਹ ਬਣਾ ਸਕਣ। ਜਿਹੜਾ ਆ ਟੋਟਲੀ ਵੋਲੰਟੀਅਰ ਹੈ। ਮੈਂ ਕਦੇ ਵੀ ਕਿਸੇ ਚੀਜ਼ ਦਾ ਪੇਮੈਂਟ ਨਹੀਂ ਲਈ, ਕਦੇ ਵੀ ਕਿਸੇ ਚੀਜ਼ ਦਾ ਚਾਰਜ ਨਹੀਂ ਕੀਤਾ 45 ਇਅਰਸ ਤੋਂ। ਔਰ ਮੇਰੇ ਕੈਨੇਡੀਅਨ ਲੋਕਾਂ ਨੇ ਮੇਰੇ ਤੇ ਇੱਕ ਬੁੱਕ ਵੀ ਲਿਖੀ ਹੈ ਜਿਸ ਦਾ ਨਾਮ ਹੈ ਪ੍ਰਾਊਡ ਵੂਮਨ। ਥੈਂਕ ਯੂ। ਓਕੇ, ਹਾਂਜੀ ਹੁਣ ਅਸੀਂ ਸਟਾਰਟ ਕਰਾਂਗੇ ਬੈਕ ਵਿਦ ਆਪਣਾ ਬੇਟੀ ਸਿਮਰਨਜੀਤ ਕੌਰ ਬਸਰਾ ਦੇ ਨਾਲ। ਇਹਦੇ ਬਾਰੇ ਥੋੜਾ ਡਿਟੇਲ ਦੱਸੋ ਵੀ ਮੈਂਟਲ ਹੈਲਥ ਬਾਰੇ ਤੁਸੀਂ ਕੀ ਸ਼ੇਅਰ ਕਰਨਾ ਚਾਹੁੰਦੇ ਇਨਫੋਰਮੇਸ਼ਨ ਅੱਜ ਸਾਡੇ ਗਰੁੱਪ ਦੇ ਵਿੱਚ। ਹਾਂਜੀ, ਸੋ ਸਾਰਿਆਂ ਨੂੰ ਦੁਬਾਰਾ ਤੋਂ ਇੱਕ ਵਾਰ ਸਤਿ ਸ਼੍ਰੀ ਅਕਾਲ। ਤੇ today's topic is all about when to see a psychiatrist, ਕਿਉਂਕਿ ਸਾਡੇ ਆਸ-ਪਾਸ ਨੇਬਰਸ, ਫਰੈਂਡਸ, ਫੈਮਿਲੀ ਮੈਂਬਰਸ ਹਰ ਪਾਸੇ ਆਪਾਂ ਕੀ ਵੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਆਖਿਰ ਸਾਈਕੋਲੋਜਿਸਟ ਕੋਲ ਤੇ ਸਾਈਕੈਟਰਿਸਟ ਕੋਲ ਜਾਣਾ ਕਦੋਂ ਆ, ਇਹਨਾਂ ਵਿੱਚ ਡਿਫਰੈਂਸ ਕੀ ਆ, ਲਾਈਕ ਉਹਨਾਂ ਕੋਲ ਜਾਣਾ ਹੀ ਕਿਉਂ ਆ। ਸੋ ਆਪਾਂ ਇਸ ਦੇ ਉੱਤੇ ਅੱਜ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ there's a huge difference in a psychologist and a psychiatrist. ਸੋ ਸਾਈਕੋਲੋਜਿਸਟ ਕੀ ਹੁੰਦਾ ਆ, ਜਿਹੜਾ ਗੱਲਾਂ ਬਾਤਾਂ ਰਾਹੀਂ ਮੈਂਟਲ ਪ੍ਰੋਬਲਮਸ, ਮੈਂਟਲ ਡਿਸਆਰਡਰਸ ਨਾਲ ਲੜਦਾ ਆ ਤੇ ਉਹਨਾਂ ਨਾਲ ਸਾਨੂੰ ਲੜਨ ਬਾਰੇ ਗਾਈਡ ਕਰਦਾ ਆ, ਆਪਾਂ ਉਸ ਚੋਂ ਬਾਹਰ ਕਿੱਦਾਂ ਆਉਣਾ ਆ। ਲਾਈਕ ਉਹ ਸਾਰੀਆਂ ਚੀਜ਼ਾਂ ਜਿਹੜਾ ਮੂੰਹ ਜ਼ਬਾਨੀ ਆਪਾਂ ਕਰਦੇ ਆ ਵਾਰਤਾਲਾਪ, ਉਹਦੇ ਥਰੂ ਜਿਹੜੇ ਸਾਡੇ ਸੋਲਿਊਸ਼ਨਸ ਨਿਕਲਦੇ ਨੇ ਉਹ ਸਾਈਕੋਲੋਜਿਸਟ ਦੇ ਕੋਲੋਂ ਨਿਕਲਦੇ ਨੇ। ਤੇ ਜਿਹੜੇ ਡਾਕਟਰਸ ਕੋਈ ਵੀ ਮੈਂਟਲ ਡਿਸਆਰਡਰ ਲਈ ਮੈਡੀਕੇਸ਼ਨ
ਲਗਾਉਂਦੇ ਨੇ, ਟ੍ਰੀਟਮੈਂਟ ਸਟਾਰਟ ਕਰਦੇ ਨੇ, ਉਹ ਹੁੰਦੇ ਨੇ ਸਾਈਕੈਟ੍ਰਿਸਟ। ਸੋ ਬੇਸਿਕਲੀ ਜਿਹੜਾ ਸਭ ਤੋਂ ਵੱਡਾ ਡਿਫਰੈਂਸ ਆ ਉਹ ਇਹ ਆ ਕਿ ਜਿਹੜਾ ਗੱਲਾਂ ਬਾਤਾਂ ਨਾਲ ਪ੍ਰੋਬਲਮ ਸੋਲਵ ਕਰਦਾ ਵਾ ਦੈਟ ਸਾਈਕੋਲੋਜਿਸਟ, ਐਂਡ ਜਿਹੜੇ ਕਿ ਪ੍ਰੋਪਰ ਮੈਡੀਕੇਸ਼ਨ ਐਂਡ ਆਲ ਦ ਟ੍ਰੀਟਮੈਂਟ ਉਹ ਸਾਈਕੈਟ੍ਰਿਸਟ ਵੱਲੋਂ ਹੁੰਦੇ ਨੇ। ਸੋ ਆਪਾਂ ਅੱਜ ਵੱਧਦੇ ਆ ਆਪਣੇ ਟੌਪਿਕ ਦੇ ਵੱਲ। ਸੋ ਆਰ ਟੌਪਿਕ ਇਜ਼ ਵੈਨ ਟੂ ਸੀ ਅ ਸਾਈਕੈਟ੍ਰਿਸਟ। ਤਾਂ ਜਦੋਂ ਵੀ ਸਾਨੂੰ ਕੋਈ ਵੀ ਪ੍ਰੋਬਲਮ ਸਟਾਰਟ ਹੁੰਦੀਆਂ ਵਾ ਰਿਗਾਰਡਿੰਗ ਮੈਂਟਲ ਹੈਲਥ, ਜਿਵੇਂ ਕਿ ਡਿਫਿਕਲਟੀ ਇਨ ਰੈਗੂਲੇਟਿੰਗ ਇਮੋਸ਼ਨਸ ਔਰ ਥਾਟ ਪ੍ਰੋਸੈਸ। ਹੁਣ ਥਾਟ ਪ੍ਰੋਸੈਸ ਕੀ ਹੁੰਦਾ ਆ? ਥਾਟ ਪ੍ਰੋਸੈਸ ਹੁੰਦਾ ਆ ਸਾਡੇ ਸੋਚਣ ਦੀ ਸ਼ਕਤੀ, ਸੋਚਣ ਸਮਝਣ ਦੀ ਸ਼ਕਤੀ। ਤੇ ਇਮੋਸ਼ਨਸ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਆਪਾਂ ਸਾਡਾ ਹੱਸਣਾ, ਖੇਡਣਾ, ਰੋਣਾ, ਉਦਾਸ ਹੋਣਾ, ਇਹ ਸਾਰੇ ਇਮੋਸ਼ਨਸ ਵਿੱਚ ਆਉਂਦੇ ਨੇ। ਸੋ ਜਦੋਂ ਵੀ ਇਹਨਾਂ ਚੀਜ਼ਾਂ ਨੂੰ ਪ੍ਰੋਸੈਸ ਕਰਨ ਲਈ ਸਾਨੂੰ ਔਖ ਆਉਣੀ ਸ਼ੁਰੂ ਹੋ ਜੇ, ਡਿਫਿਕਲਟੀ ਆਉਣੀ ਸਟਾਰਟ ਹੋ ਜੇ, ਤਾਂ ਸਮਝੋ ਕਿ ਸਾਨੂੰ ਸਾਈਕੋਲੋਜਿਸਟ ਕੋ ਜਾਂ ਸਾਈਕੈਟ੍ਰਿਸਟ ਕੋ ਜਾਣ ਦੀ ਲੋੜ ਹੈ। ਸੈਕੰਡ ਇਜ਼ ਟਰਬਲ ਕੰਟਰੋਲਿੰਗ ਯੋਰ ਇਮੋਸ਼ਨਸ। ਹੁਣ ਇਹ ਵੀ ਇੱਕ ਤਰ੍ਹਾਂ ਫਸਟ ਪੁਆਇੰਟ ਨਾਲ ਰਲਦਾ ਮਿਲਦਾ ਹੈ। ਜਿਵੇਂ ਕਿ ਟਰਬਲ ਕੰਟਰੋਲਿੰਗ ਇਮੋਸ਼ਨਸ ਕਿੱਦਾਂ? ਜਿਹੜੇ ਲੋਕੀ ਈਜ਼ੀਲੀ ਰੋ ਪੈਂਦੇ ਨੇ, ਉਹ ਛੇਤੀ ਰੋਣਾ ਛੱਡ ਦਿੰਦੇ ਨੇ, ਉਹਨਾਂ ਕੋਲ ਰੋਇਆ ਨਹੀਂ ਜਾਂਦਾ। ਰੋਣਾ ਕੀ ਹੈ? ਰੋਣਾ ਆਪਣੇ ਮਨ ਦੇ ਹਾਵ ਭਾਵ ਬਾਹਰ ਪ੍ਰਗਟਾਣਾ। ਜੇ ਕੋਈ ਬਹੁਤ ਦੁਖੀ ਆ ਉਹ ਰੋਂਦਾ ਆ, ਜੇ ਕੋਈ ਬਹੁਤ ਉਦਾਸ ਆ ਉਹ ਰੋਂਦਾ ਆ, ਜੇ ਕਿਸੇ ਨੂੰ ਦਰਦ ਆ ਉਹ ਰੋਂਦਾ ਹੈ। ਜਦੋਂ ਉਹ ਕੋ ਰੋਇਆ ਨਾ ਜਾਵੇ, ਜਾਂ ਸਮਝੋ ਕਿ ਕੋਈ ਇਨਸਾਨ ਬਹੁਤ ਜ਼ਿਆਦਾ ਖੁਸ਼ ਰਹਿੰਦਾ ਆ ਤੇ ਉਹਲੀ ਖੁਸ਼ ਰਹਿਣਾ ਅਚਾਨਕ ਤੋਂ ਬਹੁਤ ਇੰਪੋਸੀਬਲ ਹੀ ਹੋ ਜਾਏ, ਉਹਦੇ ਵਾਸਤੇ ਬਹੁਤ ਮੁਸ਼ਕਿਲ ਆਉਣ ਲੱਗ ਜੇ ਉਹ ਸਾਰੀਆਂ ਚੀਜ਼ਾਂ ਪ੍ਰੋਸੈਸ ਕਰਨ ਲਈ। ਬੇਸਿਕਲੀ ਜਿਹੜੀ ਵੀ ਬੰਦੇ ਦੀ ਨੇਚਰ ਆ, ਚਾਹੇ ਹਸਮੁਖ ਆ, ਚਾਹੇ ਖਿਜਾਟ ਆ, ਜੋ ਵੀ ਆ, ਉਹ ਹੌਲੀ ਹੌਲੀ ਉਹ ਬੰਦ ਕਰ ਦਿੰਦਾ ਆ ਫੀਲ ਕਰਨਾ। ਸੋ ਉੱਥੇ ਆਪਾਂ ਕਹਿੰਦੇ ਆ ਕਿ ਟਰਬਲ ਰੈਗੂਲੇਟਿੰਗ ਇਮੋਸ਼ਨਸ। ਹੁਣ ਫੋਰਥ ਪੁਆਇੰਟ ਸਾਡੇ ਕੋਲ ਹੈਗਾ ਆ ਨਾਟ ਪਰਫਾਰਮਿੰਗ ਐਫੀਸ਼ੀਐਂਟਲੀ ਔਰ ਇਫੈਕਟਿਵਲੀ ਐਟ ਵਰਕ ਔਰ ਸਕੂਲ। ਲੈਟਸ ਸੇ, ਇਹਦੀ ਛੋਟੀ ਜਿਹੀ ਐਗਜ਼ਾਮਪਲ ਮੈਂ ਦੇਣਾ ਚਾਹੂੰਗੀ। ਇੱਕ ਕਲਾਸ ਵਿੱਚ ਟੌਪਰ ਆ, ਠੀਕ ਹੈ, ਬਹੁਤ ਵਧੀਆ ਸਕੋਰ ਕਰਦਾ ਆ, ਆਲਵੇਜ਼ ਫਸਟ ਆਉਂਦਾ ਆ ਜਾਂ ਆਉਂਦੀ ਆ। ਸਡਨਲੀ ਉਹਦੇ ਗ੍ਰੇਡਸ ਜਿਹੜੇ ਆ ਡਿਕਰੀਜ਼ ਹੋਣੇ ਸਟਾਰਟ ਹੋ ਜਾਂਦੇ ਆ। ਪੇਰੈਂਟਸ ਕੀ ਕਰਦੇ ਆ? ਝਿੜਕਦੇ ਆ, ਬਸ ਡਾਂਟਦੇ ਝਿੜਕਦੇ ਆ। ਕਈ ਤਾਂ ਇੰਡੀਆ ਵਿੱਚ ਤਾਂ ਕੁੱਟ ਕਟਾਪਾ ਵੀ ਹਨਾ ਚਾੜ ਦਿੰਦੇ ਆ। ਸੋ ਦੈਟਸ ਰੀਲੀ ਰੋਂਗ। ਪੇਰੈਂਟਸ ਨੂੰ ਇੱਥੇ ਸਮਝਣਾ ਚਾਹੀਦਾ ਕਿ ਸਾਡਾ ਬੱਚਾ ਟੌਪਰ ਸੀ, ਉਹ ਅਚਾਨਕ ਇੰਨੇ ਘੱਟ ਸਕੋਰਸ ਤੇ ਕਿੱਦਾਂ ਆ ਗਿਆ। ਉਹਨਾਂ ਨੂੰ ਸਮਝਣਾ ਚਾਹੀਦਾ ਕਿ ਹੁਣ ਇਸ ਨੂੰ ਲੋੜ ਹੈ ਸਾਈਕੈਟ੍ਰਿਸਟ ਕੋਲ ਲਿਜਾਣ ਦਿਓ। ਕਿਉਂ? ਇਹਦਾ ਕਿਉਂ ਹੈ? ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਬੱਚਾ ਜਿਹੜਾ ਆ ਉਹਨੇ ਪੜ੍ਹਨ ਵੱਲ ਆਪਣਾ ਧਿਆਨ ਹਟਾ ਲਿਆ ਆ, ਜਾਂ ਫਿਰ ਹੁਣ ਉਹਨੂੰ ਪੜ੍ਹਨਾ ਪਸੰਦ ਨਹੀਂ। ਇੱਦਾਂ ਦਾ ਕੁਝ ਨਹੀਂ ਹੁੰਦਾ। ਇਟਸ ਜਸਟ ਉਹ ਕਿਸੇ ਨਾ ਕਿਸੇ ਸੋਚ ਵਿੱਚੋਂ ਲੰਘ ਰਿਹਾ ਆ, ਕਿਸੇ ਨਾ ਕਿਸੇ ਗਹਿਰੀ ਸੋਚ ਚੋਂ ਲੰਘ ਰਿਹਾ ਆ, ਤੇ ਕੁਝ ਇਦਾਂ ਦੀਆਂ ਚੀਜ਼ਾਂ ਚੋਂ ਲੰਘ ਰਿਹਾ ਜਿਹੜੀਆਂ ਕਿ ਅਸਲ 'ਚ ਹੈ ਹੀ ਨਹੀਂ। ਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਜਦੋਂ ਬੱਚੇ ਦੇ ਸਕੋਰਸ ਸਿੱਧਾ ਹੀ ਹਾਈ ਤੋਂ ਲੋ ਤੇ ਆ ਜਾਣ। ਹੁਣ ਇਹਦਾ ਮਤਲਬ ਇਹ ਨਹੀਂ ਆ ਕਿ ਜਿੱਦਾਂ ਹੀ ਉਹਦੇ ਸਕੋਰਸ ਲੋ ਹੋ ਗਿਆ ਤੇ ਆਪਾਂ ਉਹਨੂੰ ਡਾਕਟਰ ਕੋਲ ਲੈ ਜਾਣਾ। ਇਦਾਂ ਤਾਂ ਬਿਲਕੁਲ ਨਹੀਂ ਹੈਗੀ। ਆਪਾਂ ਉਹਦਾ ਬਿਹੇਵੀਅਰ ਦੇਖਣਾ ਆ ਕਿ ਉਹ ਚੇਂਜ ਹੋ ਰਿਹਾ ਆ ਹੌਲੀ ਹੌਲੀ, ਤੇ ਆਪਾਂ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਵੀ ਕਰਨੀ ਆ, ਤੇ ਉਹ ਸਾਰੇ ਤਰੀਕੇ ਆਪਾਂ ਵਿੱਚ ਦੱਸਾਂਗੇ ਕਿ ਉਹ ਆਪਾਂ ਕਿਵੇਂ ਕਰ ਸਕਦੇ ਹਾਂ। ਬਟ ਹਜੇ ਤੁਹਾਨੂੰ ਮੈਂ ਥੋੜੀ ਸਿੰਪਟਮਸ ਦੱਸ ਰਹੀ ਹਾਂ ਕਿ ਕਦੋਂ ਸਾਨੂੰ ਲੋੜ ਪੈ ਸਕਦੀ ਆ ਇੱਕ ਡਾਕਟਰ ਨੂੰ ਦੇਖਣ ਦੀ। ਤਾਂ ਲਾਸਟ ਸਾਡਾ ਜਿਹੜਾ ਪੁਆਇੰਟ ਹੈਗਾ ਆ ਉਹ ਸਾਡੇ ਕੋਲ ਹੈਗਾ ਕਿ ਸਡਨ ਚੇਂਜਸ ਇਨ ਸਲੀਪ ਪੈਟਰਨਸ ਔਰ ਐਪੇਟਾਈਟ। ਜਦੋਂ ਬਹੁਤ ਹੀ ਜ਼ਿਆਦਾ ਬੱਚਾ ਸੋਣਾ ਸ਼ੁਰੂ ਕਰ ਦੇ, ਲੋੜ ਨਾਲੋਂ ਵੱਧ ਸੋਣਾ ਸ਼ੁਰੂ ਕਰ ਦੇ, ਵੀ ਕੈਨ ਸੇ 15 ਔਰ 16 ਆਵਰਸ ਆਫ ਸਲੀਪ, ਜਦ ਕਿ ਸਾਨੂੰ 8 ਘੰਟਿਆਂ ਦੀ ਨੀਂਦ ਚਾਹੀਦੀ ਹੁੰਦੀ, ਤੇ ਜਾਂ ਫਿਰ ਉਹ ਬਿਲਕੁਲ ਹੀ ਨਾ ਸੋ ਪਾਵੇ, ਮਿਨੀਮਮ 1 ਘੰਟਾ ਜਾਂ 2 ਘੰਟੇ, ਤੇ ਉਹਨੂੰ ਸੌਣ ਵਿੱਚ ਵੀ ਤੰਗੀ ਆਵੇ। ਸੋ ਇਹ ਸਾਰੇ ਜਿਹੜੇ ਬੇਸਿਕ ਮੈਂ ਤੁਹਾਨੂੰ ਦੱਸੇ ਨੇ, ਇੱਥੇ ਸਾਨੂੰ ਬੱਚੇ ਤੇ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ। ਚਾਹੇ ਉਹ ਬੱਚਾ ਆ, ਚਾਹੇ ਉਹ ਅਡਲਟ ਆ, ਕੋਈ ਵੀ ਆ, ਸਾਨੂੰ ਉਹਦੇ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿ ਬੱਚਾ ਪਹਿਲੇ ਹੀ ਬੁਰੀ ਹਾਲਤ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਸੰਭਲ ਜਾਏ। ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਪੁਆਇੰਟਸ ਕਿ ਕਿਵੇਂ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਇਹਨਾਂ ਦੇ ਪੁਆਇੰਟਸ ਕਿ ਆਪਾਂ ਇਸ ਤੋਂ ਕਿੱਦਾਂ ਠੀਕ ਰਹਿ ਸਕਦੇ ਹਾਂ। ਸਭ ਤੋਂ ਪਹਿਲੀ ਗੱਲ, ਨੈਚੁਰਲ ਸਨਲਾਈਟ। ਇਹ ਬਹੁਤ ਜ਼ਰੂਰੀ ਆ ਸਾਡੇ ਵਾਸਤੇ। ਹਰ ਇੱਕ ਇਨਸਾਨ ਲਈ ਸਨਲਾਈਟ
ਇੰਨੀ ਕੁ ਜ਼ਿਆਦਾ ਮਾਇਨੇ ਰੱਖਦੀ ਆ ਕਿ ਆਪਾਂ ਇਸ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ, ਕਿਉਂਕਿ ਸਨਲਾਈਟ ਤੋਂ ਸਾਡੀ ਬਾਡੀ ਨੂੰ ਇਹੋ ਜਿਹੀ ਚੀਜ਼ ਮਿਲਦੀ ਹੈ ਜਿਹੜੀ ਕਿ ਸਾਡੇ ਬ੍ਰੇਨ ਦੇ ਵਿੱਚ ਕੈਮੀਕਲੀ ਬਿਲਕੁਲ ਹੀ ਇਫੈਕਟਿਵ ਪ੍ਰੂਵ ਹੋ ਸਕਦੀ ਹੈ ਸਾਡੇ ਵਾਸਤੇ। ਸਾਰੇ ਹਾਰਮੋਨਸ ਨੂੰ ਜਿਹੜੇ ਵੀ ਇੰਬੈਲੈਂਸ ਹੋਏ ਹੁੰਦੇ ਨੇ ਉਹ ਵੀ ਠੀਕ ਕਰ ਸਕਦੀ ਹੈ। ਸੋ ਸਨਲਾਈਟ ਬਹੁਤ ਜ਼ਰੂਰੀ ਹੈ, ਹਰ ਇੱਕ ਵਾਸਤੇ ਇਹ ਮਸਟ ਹੈ ਕਿ ਉਹ ਬਾਹਰ ਜਾਏ, ਵਾਕ ਕਰੇ, ਚਾਹੇ ਉਹ ਮਾਰਨਿੰਗ ਵਾਕ ਕਰੇ ਚਾਹੇ ਈਵਨਿੰਗ ਵਾਕ ਕਰੇ। ਸਨਲਾਈਟ ਵਾਸਤੇ ਬੈਟਰ ਹੈ ਮਾਰਨਿੰਗ ਵਾਕ, ਐਂਡ ਈਵਨਿੰਗ ਵਾਕ ਤੁਸੀਂ ਕਰ ਸਕਦੇ ਹੋ ਆਪਣੇ ਮੈਂਟਲ ਹੈਲਥ ਨੂੰ ਵਧੀਆ ਰੱਖਣ ਲਈ। ਸੈਕੰਡਲੀ, ਫਿਜ਼ੀਕਲ ਐਕਸਰਸਾਈਜ਼ ਇਹ ਹਰ ਇੱਕ ਵਾਸਤੇ ਮਸਟ ਆ, ਕਿਉਂਕਿ ਐਕਸਰਸਾਈਜ਼ਸ ਕਰਨ ਨਾਲ ਸਾਡੀ ਬਾਡੀ ਇਦਾਂ ਦੇ ਕੈਮੀਕਲਸ ਰਿਲੀਜ਼, ਸਾਡਾ ਬ੍ਰੇਨ ਸਾਡੀ ਬਾਡੀ ਇਦਾਂ ਦੇ ਕੈਮੀਕਲਸ ਰਿਲੀਜ਼ ਕਰਦੀ ਆ ਜਿਹੜਾ ਕਿ ਸਾਡੀ ਮੈਂਟਲ ਸਟੇਬਿਲਿਟੀ ਵਿੱਚ ਬਹੁਤ ਹੀ ਸਹਾਇਕ ਹੁੰਦੀ ਆ। ਥਰਡਲੀ, ਜਿਹੜੀ ਵੀ ਚੀਜ਼ਾਂ ਸਾਨੂੰ ਪਸੰਦ ਆ, ਫੋਰ ਐਗਜ਼ਾਮਪਲ ਕਿਸੇ ਨੂੰ ਭੰਗੜਾ ਪਸੰਦ ਆ, ਉਹਨੂੰ ਭੰਗੜਾ ਕੰਟੀਨਿਊ ਕਰਨਾ ਚਾਹੀਦਾ। ਕਿਸੇ ਨੂੰ ਸਿੰਗਿੰਗ ਪਸੰਦ ਆ, ਹਰ ਇੱਕ ਨੂੰ ਆਪਣੇ ਹੈਬਿਟਸ ਲਾਈਕ ਜਿਹੜੇ ਵੀ ਉਹਨਾਂ ਦੇ ਮੇਨ ਆਪਾਂ ਕਹਿ ਸਕਦੇ ਹਾਂ ਕਿ ਸ਼ੌਂਕ ਨੇ, ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਆ। ਚਾਹੇ ਉਹ ਸਿੰਗਿੰਗ ਹੈ, ਚਾਹੇ ਐਕਟਿੰਗ ਹੈ, ਚਾਹੇ ਡਾਂਸ ਹੈ। ਤੁਸੀਂ ਆਪਣੇ ਸ਼ੌਂਕ ਨੂੰ ਜ਼ਰੂਰ ਘੱਟੋ ਘੱਟ ਵੀ 30 ਮਿੰਟ ਹਰ ਰੋਜ਼ ਜ਼ਰੂਰ ਦਿਓ। ਸੋ ਇਹ ਸਾਰੇ ਬੇਸਿਕਸ ਜਿਹੜੇ ਹੈਗੇ ਆ, ਆਪਾਂ ਸਿਰਫ ਇੰਨੀਆਂ ਸਿੰਪਲ ਚੀਜ਼ਾਂ ਨਾਲ ਵੀ ਆਪਾਂ ਆਪਣੇ ਮੈਂਟਲ ਹੈਲਥ ਨੂੰ ਠੀਕ ਕਰ ਸਕਦੇ ਹਾਂ। ਸੋ ਇਹਨਾਂ ਵਿੱਚ ਜਿਹੜਾ ਸਭ ਤੋਂ ਮੇਨ ਪੁਆਇੰਟ ਹੈ ਉਹ ਮੈਂ ਹੁਣ ਡਿਸਕਸ ਕਰਾਂਗੀ ਕਿ ਵੈਨ ਟੂ ਸੀ ਅ ਸਾਈਕੈਟ੍ਰਿਸਟ। ਲਾਈਕ ਜਿਹੜਾ ਮੇਰਾ ਮੇਨ ਅੱਜ ਦਾ ਟੌਪਿਕ ਮੈਂ ਹਾਈਲਾਈਟ ਕਰਨਾ ਚਾਹੂੰਗੀ ਉਹ ਵੈਨ ਟੂ ਸੀ ਅ ਸਾਈਕੈਟ੍ਰਿਸਟ। ਓਕੇ। ਮੈਂ ਬਹੁਤ ਸੇ ਲੋਕਾਂ ਨੂੰ ਇਹ ਗੱਲ ਨਹੀਂ ਪਤਾ ਕਿ ਸਾਡੀ ਬਾਡੀ ਵਿੱਚ ਜਿਹੜੀ ਵੀ ਪੇਨ ਹੁੰਦੀ ਆ, ਲਾਈਕ ਆਲਮੋਸਟ ਜਿਹੜੀ ਵੀ ਪੇਨ ਹੁੰਦੀ ਆ ਸੱਟ ਕਰਕੇ ਹੁੰਦੀ, ਕਿਸੇ ਨੂੰ ਸੱਟ ਲੱਗ ਗਈ, ਕੋਈ ਡਿੱਗ ਗਿਆ ਹਨਾ, ਜਾਂ ਫਿਰ ਕੋਈ ਵੀ ਮਿਸ ਹੈਪਨਿੰਗ ਤੁਸੀਂ ਕਹਿ ਲਓ, ਕਿਸੇ ਦੀ ਹੱਡੀ ਟੁੱਟ ਗਈ ਆ, ਕਿਸੇ ਦਾ ਐਕਸੀਡੈਂਟ ਹੋ ਗਿਆ ਆ। ਸੋ ਇਹਨਾਂ ਚੀਜ਼ਾਂ ਕਰਕੇ ਜਾਂ ਫਿਰ ਉਵੇਂ ਵੀ ਏਜ ਦੇ ਨਾਲ ਜੋੜਾਂ ਦੀਆਂ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇੱਥੇ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਉਹ ਦਰਦਾਂ ਜਿਹੜੀਆਂ ਵੀ ਕਿਸੇ ਵੀ MRIs, CT ਸਕੈਨ ਰਿਪੋਰਟਸ ਇਹਨਾਂ ਵਿੱਚ ਨਹੀਂ ਸਾਨੂੰ ਦਿਖਦੀ, ਉਹ ਹੁੰਦੀ ਹੈ ਜੀ ਫਿਜ਼ੀਓਲੋਜੀਕਲ ਪੇਨ। ਇਹ ਸਭ ਤੋਂ ਜ਼ਿਆਦਾ ਸੀਰੀਅਸ ਟੌਪਿਕ ਮੈਂ ਡਿਸਕਸ ਇਸ ਕਰਕੇ ਕਰਨਾ ਚਾਹੁੰਦੀ ਹਾਂ ਕਿਉਂਕਿ ਮੇਰੀ ਫੈਮਿਲੀ ਦੇ ਵਿੱਚ, ਲਾਈਕ ਰਿਲੇਟਿਵਸ ਦੇ ਵਿੱਚ, ਮੇਰੇ ਫਰੈਂਡਸ ਦੇ ਵਿੱਚ ਮੈਂ ਇੱਦਾਂ ਦੇ ਕੇਸਿਸ ਦੇਖ ਚੁੱਕੀ ਹਾਂ ਜਿਨ੍ਹਾਂ ਵਿੱਚ ਉਹ ਲਾਈਕ ਉਹਨਾਂ ਦੀ ਪੇਨ ਕੋਈ ਹੋਰ ਹੁੰਦੀ ਆ ਤੇ ਉਹਨਾਂ ਦਾ ਟ੍ਰੀਟਮੈਂਟ ਕੋਈ ਹੋਰ ਚੱਲ ਰਿਹਾ ਹੁੰਦਾ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਮੇਰੇ ਕੋਲ ਮੇਰੀ ਬੈਸਟ ਫਰੈਂਡ ਦੀ ਹੈ, ਜਿਹਦੀ ਬੈਕ ਪੇਨ ਬਹੁਤ ਜ਼ਿਆਦਾ ਸਟਾਰਟ ਹੋ ਗਈ, ਸਡਨਲੀ ਸਟਾਰਟ ਹੋ ਗਈ, ਐਂਡ ਡਾਕਟਰਸ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਗਿਰ ਗਏ ਸੀ, ਤੁਹਾਡਾ ਐਕਸੀਡੈਂਟ ਹੋਇਆ ਸੀ, ਐਂਡ ਸ਼ੀ ਵਾਸ ਲਾਈਕ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਕਿਤੇ ਵੀ ਨਹੀਂ ਡਿੱਗੀ, ਨਾ ਮੇਰਾ ਕੋਈ ਐਕਸੀਡੈਂਟ ਹੋਇਆ ਆ, ਨਾ ਮੇਰੇ ਮਣਕੇ ਹਿੱਲਿਆ, ਲਾਈਕ ਤਾਂ ਮੇਨ ਪ੍ਰੋਬਲਮ ਉਹਨੂੰ ਕਿੱਥੇ ਆ ਰਹੀ ਸੀ ਕਿ ਉਹਦੀ ਜਿਹੜੀ ਦਰਦ ਆ ਉਹ ਕਿਸੇ ਵੀ ਸਕੈਨਸ, MRI ਰਿਪੋਰਟਸ, ਕਿਸੇ ਵੀ ਰਿਪੋਰਟ ਵਿੱਚ ਉਹਦੀ ਜਿਹੜੀ ਪੇਨ ਆ ਉਹਦੀ ਲਾਈਕ ਕਹਿ ਲਓ ਕਿ ਡਾਕਟਰ ਦੇਖ ਨਹੀਂ ਸੀ ਪਾ ਰਹੇ, ਕਿਸੇ ਵੀ MRI ਸਕੈਨਸ ਵਿੱਚ ਉਹ ਪੇਨ ਆ ਨਹੀਂ ਰਹੀ ਸੀ। ਐਂਡ ਬਟ ਉਹਦੇ ਘਰ ਦੇ ਫਿਰ ਹੌਲੀ ਹੌਲੀ ਕਹਿਣਾ ਸ਼ੁਰੂ ਕਰਨ ਲੱਗ ਪਏ ਕਿ ਤੂੰ ਡਰਾਮੇ ਕਰਦੀ ਆ। ਲਾਈਕ ਮੇਰੀ ਫਰੈਂਡ ਦੇ ਨਾਲ ਇਦਾਂ ਹੋਈ ਆ ਤੇ ਮੈਂ ਤਾਂ ਇੰਨੇ ਲਾਈਕ ਕੌਨਫੀਡੈਂਟਲੀ ਇਹ ਸਾਰਾ ਕੁਝ ਡਿਸਕਸ ਕਰ ਸਕਦੀ ਹਾਂ ਕਿਉਂਕਿ ਉਹਦੇ ਘਰਦਿਆਂ ਨੇ ਉੱਤੇ ਵਿਸ਼ਵਾਸ ਕਰਨਾ ਛੱਡ ਦਿੱਤਾ ਕਿ ਤੂੰ ਬਸ ਐਵੇਂ ਹੀ ਸਕੂਲ ਜਾਣ ਦੇ ਬਹਾਨੇ ਲਾਉਂਦੀ ਪਈ ਆ, ਤੇਰੇ ਕੋਈ ਦਰਦ ਨਹੀਂ ਹੁੰਦੀ ਪਈ, ਕਿ ਇੰਨੀ ਵੱਡੀ MRI ਹੋ ਗਈ ਤੇਰੀ ਤੇ ਉਹ 'ਚ ਕੋਈ ਪ੍ਰੋਬਲਮ ਨਹੀਂ ਆਈ, ਨਾ ਤੇਰੀ ਨਾੜ ਪ੍ਰੈਸ ਆ, ਨਾ ਤੇਰੇ ਮਣਕੇ ਹਿੱਲੇ, ਤੇਰੇ ਦਰਦ ਕਿੱਦਾਂ ਹੁੰਦੀ ਆ। ਸੋ ਇੱਥੇ ਜਿਹੜੀ ਘਾਟ ਸੀ, ਆਪਾਂ ਕਹਾਂਗੇ ਇੱਥੇ ਨੌਲੇਜ ਦੀ ਘਾਟ ਸੀ। ਉਹਨਾਂ ਨੂੰ ਇਹ ਗੱਲ ਪਤਾ ਹੀ ਨਹੀਂ ਸੀ ਕਿ ਕੁਝ ਪੇਨਸ ਸਾਡੀ ਬਾਡੀ ਵਿੱਚ ਏਦਾਂ ਦੀਆਂ ਵੀ ਹੁੰਦੀਆਂ ਨੇ ਜਿਹਦਾ ਰੀਜ਼ਨ ਸੱਟ ਨਹੀਂ ਹੁੰਦੀ, ਜਿਹਦਾ ਰੀਜ਼ਨ ਹੁੰਦਾ ਆ ਸਾਡਾ ਬ੍ਰੇਨ, ਸਾਡਾ ਮਾਈਂਡ। ਜਦੋਂ ਸਾਡਾ ਬ੍ਰੇਨ ਸਟ੍ਰੈਸ ਵਿੱਚ ਬਹੁਤ ਹੀ ਜ਼ਿਆਦਾ ਸਟ੍ਰੈਸ ਦੇ ਵਿੱਚੋਂ ਲੰਘ ਰਿਹਾ ਹੁੰਦਾ ਆ, ਕੈਮੀਕਲ ਜਿਹੜੇ ਆਪਾਂ ਕਹਿ ਸਕਦੇ ਆ ਕਿ ਕੈਮੀਕਲ ਇੰਬੈਲੈਂਸ ਦੇ ਨਾਲ ਜਿਹੜੀ ਪ੍ਰੋਬਲਮ ਆਣੀ ਸਟਾਰਟ ਹੁੰਦੀ ਆ, ਉਹ ਕਿੱਦਾਂ ਹੁੰਦੀ ਆ, ਸਾਡਾ ਜਿਹੜਾ ਬ੍ਰੇਨ ਆ ਉਹ ਸਿਗਨਲਸ ਭੇਜਦਾ ਆ ਪੇਨ ਦੇ ਸਾਡੀ ਬਾਡੀ ਵਿੱਚ, ਤੁਸੀਂ ਕਹਿ ਲਓ ਕੋਹਣੀ ਵਿੱਚ ਜਾਂ ਬੈਕ ਵਿੱਚ ਜਾਂ ਲੱਤਾਂ ਵਿੱਚ। ਸੋ ਬਾਡੀ ਵਿੱਚ ਜਦੋਂ ਕਿਤੇ ਵੀ
ਇਹੋ ਜਿਹੀ ਦਰਦ ਹੋਏ ਜਿਹੜੀ ਕਿਸੇ ਵੀ ਸਿਟੀ ਸਕੈਨਸ ਜਾਂ MRIs ਵਿੱਚ ਨਾ ਆਵੇ, ਇਟ ਮੀਨਸ that pain is psychological but not physiological. ਫਿਜ਼ੀਓਲੋਜੀਕਲ ਹੁੰਦੀਆਂ ਨੇ ਜਿਹੜੀਆਂ ਰਿਪੋਰਟਾਂ ਵਿੱਚ ਆ ਜਾਂਦੀਆਂ ਨੇ, ਤੇ ਸਾਈਕੋਲੋਜੀਕਲ ਹੁੰਦੀਆਂ ਜਿਹੜੀਆਂ ਨਹੀਂ ਆਉਂਦੀਆਂ। ਸੋ ਇਹਨਾਂ ਦਾ ਮੇਨ ਰੀਜ਼ਨ ਕੀ ਹੁੰਦਾ, ਇਹ ਪੇਨ ਸਾਡੇ ਬ੍ਰੇਨ ਤੋਂ ਜਾ ਰਹੀ ਹੁੰਦੀ। ਹੁਣ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਪੇਨ ਅਸਲ 'ਚ ਉਸ ਬੰਦੇ ਨੂੰ ਨਹੀਂ ਹੋ ਰਹੀ। ਆਪਾਂ ਮੰਨਦੇ ਹਾਂ ਕਿ ਇਹ ਪੇਨ ਬ੍ਰੇਨ ਦੇ ਥਰੂ ਰੈਗੂਲੇਟ ਹੋ ਰਹੀ ਆ, ਪਰ ਜਿਸ ਇਨਸਾਨ ਉੱਤੇ ਉਹ ਪੇਨ ਹੋ ਰਹੀ ਹੁੰਦੀ ਆ, ਉਹ ਤੁਹਾਨੂੰ ਦੱਸ ਵੀ ਨਹੀਂ ਸਕਦਾ ਕਿ ਉਹ ਕਿੰਨੀ ਖਤਰਨਾਕ, ਕਿੰਨੀ ਸੀਵਰ, ਕਿੰਨੀ ਸ਼ਾਰਪ, ਕਿੰਨੀ ਜ਼ਿਆਦਾ ਇਚਿੰਗ, ਸਟੈਬਿੰਗ, ਬਰਨਿੰਗ। ਉਹ ਪੇਨ ਅਨਐਕਸਪਲੇਨੇਬਲ ਹੁੰਦੀ ਆ, ਉਹ ਐਕਸਪਲੇਨ ਨਹੀਂ ਕਰ ਸਕਦੇ ਇਹਨਾਂ ਪੇਨਸ ਨੂੰ। ਸੋ ਇਸ ਪੁਆਇੰਟ ਤੇ ਆ ਕੇ ਮੇਰੀ ਫਰੈਂਡ ਨਾਲ ਕੀ ਹੋਇਆ ਕਿ ਡਾਕਟਰ ਨੇ ਪਹਿਲਾਂ ਤਾਂ ਉਹਦਾ 2 ਮਹੀਨੇ ਕੋਈ ਹੋਰ ਹੀ ਟ੍ਰੀਟਮੈਂਟ ਚੱਲਿਆ। ਡਾਕਟਰਸ ਨੇ ਉਹਨਾਂ ਨੂੰ ਕਹਿਤਾ ਕਿ ਜੀ ਤੁਹਾਡੀ ਡਿਸਕ ਹਿੱਲੀ ਆ ਤੇ ਇਦਾਂ ਇਦਾਂ ਇੰਜੈਕਸ਼ਨਸ ਲੱਗਣਗੇ, ਟੈਬਲੇਟਸ ਹੋਣਗੀਆਂ, ਉਹਦੇ ਨਾਲ ਉਹ ਸਾਰਾ ਕੁਝ ਹੋਇਆ। Then she was like, ਮੇਰੇ ਹਜੇ ਵੀ ਨਹੀਂ ਪੇਨ ਹਟ ਰਹੀ। So I suggested her that you should seek a psychiatrist. Yeah, you should seek a help of psychiatrist, ਜਾਂ ਫਿਰ you must consult a psychologist or psychiatrist, ਕਿਉਂਕਿ ਉਹੀ ਸੀ ਜਿਹੜੇ ਉਹਦੀ ਪੇਨ ਹੁਣ ਠੀਕ ਕਰ ਸਕਦੇ ਸੀ। ਸੋ ਉਹ ਗਈ, ਉਹਦੀ ਪੇਨ ਵੀ ਠੀਕ ਹੋਈ, ਐਂਡ ਮੇਰੇ ਕੋ ਸਿਮਿਲਰ ਕੇਸ ਹੈਗਾ ਆ, ਮੇਰੀ ਫਰੈਂਡ ਨੂੰ ਮਾਈਗ੍ਰੇਨ ਵੀ ਸੀ, ਬਟ ਉਹ ਵੀ ਉਹਦੇ ਲਾਈਕ ਓਰੀਜਨਲ ਮਾਈਗ੍ਰੇਨ ਜਿਹਨੂੰ ਆਪਾਂ ਕਹਿੰਦੇ ਨੇ, ਉਹਨੂੰ ਅਸਲ 'ਚ ਮਾਈਗ੍ਰੇਨ ਸੀ ਨਹੀਂ, ਉਹਨੂੰ ਬਸ ਡਾਕਟਰਸ ਨੇ ਕਿਹਾ ਸੀ। ਸੋ ਇਹ ਸਾਰਿਆਂ ਨੂੰ ਖੁਦ ਪਤਾ ਹੋਣਾ ਚਾਹੀਦਾ ਆ ਕਿ ਆਪਾਂ ਆਪਣੇ ਬੱਚੇ ਨੂੰ ਕਦੋਂ ਇੱਕ ਸਾਈਕੈਟ੍ਰਿਸਟ ਕੋਲ ਲਿਜਾਣਾ ਹੈ, ਕਿ ਜਦੋਂ ਉਹਦੀ ਕਿਸੇ ਵੀ MRI ਵਿੱਚ ਜਾਂ ਫਿਰ ਕਿਸੇ ਵੀ ਰਿਪੋਰਟ 'ਚ ਉਹਦੀ ਪੇਨ ਆ ਨਹੀਂ ਰਹੀ, ਤਾਂ ਉਸ ਟਾਈਮ ਸਾਨੂੰ ਸਾਈਕੈਟ੍ਰਿਸਟ ਕੋਲ ਜਾਣ ਦੀ ਲੋੜ ਹੁੰਦੀ ਆ। ਫਿਰ ਉਹ ਕੀ ਕਰਦੇ ਨੇ, ਥੋੜੀ ਜਿਹੀ ਉਹ ਮੈਡੀਸਿਨ ਸਟਾਰਟ ਕਰਦੇ ਨੇ, ਤੇ ਉਹ ਅਸਲ 'ਚ ਪੇਨ ਕਿਲਰ ਨਹੀਂ ਦਿੰਦੇ। ਉਹ ਵੀ ਲਾਈਕ ਉਹਨਾਂ ਦਾ ਕੁਝ ਵੱਖਰਾ ਹਿਸਾਬ, ਵੱਖਰੀ ਪ੍ਰੋਬਲਮਸ ਦੇ ਰਿਗਾਰਡਿੰਗ ਵੱਖਰੀ ਮੈਡੀਸਿਨਸ ਆਉਂਦੀਆਂ ਨੇ, ਹਨਾ। ਉਹ ਅਸੀਂ ਇਦਾਂ ਦੱਸ ਨਹੀਂ ਸਕਦੇ, ਉਹ ਇੱਕ ਡਾਕਟਰ ਹੀ ਚੰਗੀ ਤਰ੍ਹਾਂ ਦੇਖ ਕੇ, ਪਰਖ ਕੇ, ਜਾਂਚ ਕਰਕੇ ਹੀ ਉਹ ਤੁਹਾਨੂੰ ਪ੍ਰਿਸਕ੍ਰਾਈਬ ਕਰਨਗੇ। ਤੇ ਇਹਦੇ ਨਾਲ ਉਹ ਸਿਰਫ ਮੈਡੀਸਿਨਸ ਨਹੀਂ ਦਿੰਦੇ, ਮੈਡੀਸਿਨਸ ਦੇ ਨਾਲ ਉਹ ਤੁਹਾਡਾ ਲਾਈਫ ਸਟਾਈਲ ਪਹਿਲਾਂ ਪੁੱਛਦੇ ਨੇ ਕਿ ਤੁਹਾਡਾ ਲਾਈਫ ਸਟਾਈਲ ਕੀ ਹੈ। ਫਿਰ ਜਿਹੜੀਆਂ ਵੀ ਲਾਈਫ ਸਟਾਈਲ ਵਿੱਚ ਡਾਕਟਰ ਨੂੰ ਲੱਗਣ ਕਿ ਇਹ ਚੇਂਜਸ ਆਉਣੀਆਂ ਜ਼ਰੂਰੀ ਆ, ਫਿਰ ਉਹ ਹੌਲੀ ਉਹ ਸਟਾਰਟ ਕਰਦੇ ਨੇ, ਲਾਈਕ ਮਾਰਨਿੰਗ ਵਾਕ ਐਡ ਕਰ ਦਿੰਦੇ ਨੇ, ਜਾਂ ਫਿਰ ਫਿਜ਼ੀਕਲ ਐਕਟੀਵਿਟੀ ਐਡ ਕਰ ਦਿੰਦੇ ਨੇ ਜਿੰਨਾ ਸਾਡੀ ਬਾਡੀ ਦਾ ਜ਼ੋਰ ਲੱਗਦਾ ਆ, ਜਿਵੇਂ ਕਿ ਜਿਮ ਹੋ ਗਿਆ, ਸਵਿਮਿੰਗ ਹੋ ਗਈ, ਇਹ ਸਾਰੀਆਂ ਚੀਜ਼ਾਂ। ਤੇ ਨਾਲ ਹੀ ਕੋਈ ਉਹ ਐਡੀਸ਼ਨਲ ਐਕਟੀਵਿਟੀ ਜੁਆਇਨ ਕਰਨ ਨੂੰ ਕਹਿ ਦਿੰਦੇ ਨੇ ਕਿ ਜਿਹੜੀ ਵੀ ਤੁਹਾਡੀ ਹੌਬੀ ਆ ਤੁਸੀਂ ਉਹ ਕੰਟੀਨਿਊ ਕਰੋ। ਸੋ ਇਦਾਂ ਕੁਝ ਚੀਜ਼ਾਂ ਨੇ ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਪਣਾ ਦਿਮਾਗ ਜਾਂ ਫਿਰ ਮਨ ਭਟਕਾਉਣ ਲਈ। ਬਟ ਜਿਹੜੀ ਦਿੱਕਤ ਮੇਨ ਆਉਂਦੀ ਆ, ਉਹ ਸਾਰੀ ਸ਼ੁਰੂ ਹੁੰਦੀ ਆ ਹਾਰਮੋਨਸ ਤੋਂ। The hormones in our brain that is called endorphins. ਹੁਣ endorphins ਕੀ ਹੁੰਦੇ ਨੇ? endorphins ਸਾਡੇ ਬ੍ਰੇਨ ਵਿੱਚ ਇੱਕ ਇਹੋ ਜਿਹਾ ਹਾਰਮੋਨ ਹੁੰਦਾ ਜਿਹੜਾ ਕਿ ਇੱਕ ਨੈਚੁਰਲ ਪੇਨ ਕਿਲਰ ਉਹਨੂੰ ਮੰਨਿਆ ਜਾਂਦਾ ਆ। ਲਾਈਕ ਸਾਡੀ ਬਾਡੀ, ਹਰੇਕ ਦੀ ਬਾਡੀ endorphins ਬਣਾਉਂਦੀ ਆ, ਨੈਚੁਰਲੀ ਰਿਲੀਜ਼ ਕਰਦੀ ਆ, ਤੇ ਉਹ ਰਿਲੀਜ਼ ਕਿੱਦਾਂ ਕਰਦੀ ਆ? ਐਕਟੀਵਿਟੀ ਥਰੂ, ਫਿਜ਼ੀਕਲ ਐਕਟੀਵਿਟੀ ਦੇ ਥਰੂ। ਜਦੋਂ ਸਾਡਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ, ਸਾਡੀ ਬਾਡੀ ਦਾ ਜਦੋਂ ਬਹੁਤ ਜ਼ਿਆਦਾ ਜ਼ੋਰ ਲੱਗਦਾ, ਵੀ ਕੈਨ ਸੇ ਇਨ ਜਿਮ ਔਰ ਇਨ ਸਵਿਮਿੰਗ ਵਿੱਚ ਸਾਡੇ ਹੱਥ ਪੈਰ ਪੂਰੀ ਬਾਡੀ ਹਿਲਦੀ ਆ, ਠੀਕ ਆ। ਜਿਮ ਵਿੱਚ ਵੀ ਅਸੀਂ ਹਰੇਕ ਐਕਸਰਸਾਈਜ਼ ਲਾਉਂਦੇ ਆ, ਸ਼ੋਲਡਰਸ ਲਾਉਂਦੇ ਆ, ਲੈਗਸ ਲਾਉਂਦੇ ਆ, ਹਨਾ, ਲੈਗ ਪ੍ਰੈਸ ਲਾਉਂਦੇ ਆ, ਸਾਰਾ ਕੁਝ ਕਰਦੇ ਆ। ਸੋ ਜ਼ੋਰ ਲਾਉਣ ਦੇ ਨਾਲ ਸਾਡਾ ਬ੍ਰੇਨ ਕੀ ਕਰਦਾ ਆ, ਇੱਕ ਕੈਮੀਕਲ ਰਿਲੀਜ਼ ਕਰਦਾ ਆ ਜਿਹੜਾ ਕਿ ਹੁੰਦਾ ਹੈ endorphins, ਤੇ ਉਹ ਨੈਚੁਰਲ ਪੇਨ ਕਿਲਰਸ ਹੁੰਦੇ ਨੇ ਸਾਡੀ ਬਾਡੀ ਵਿੱਚ। ਸੋ ਮੈਡੀਸਿਨਸ ਦੇ ਨਾਲ ਡਾਕਟਰਸ ਫਿਜ਼ੀਕਲ ਐਕਟੀਵਿਟੀ ਇਸ ਕਰਕੇ ਸੁਜੈਸਟ ਕਰਦੇ ਨੇ ਕਿਉਂਕਿ ਸਾਡੀ ਬਾਡੀ ਨੈਚੁਰਲੀ ਹੀਲ ਹੋਣਾ ਸ਼ੁਰੂ ਹੋ ਜਾਂਦੀ ਆ। ਨੈਚੁਰਲੀ ਉਹ ਹੌਲੀ ਉਸ ਸਟੇਜ ਵਿੱਚ ਆ ਜਾਂਦੀ ਆ ਕਿ ਉਹਨੂੰ ਦਵਾਈਆਂ ਦੀ ਲੋੜ ਨਾ ਪਵੇ। ਫਿਰ ਸਾਈਕੈਟ੍ਰਿਸਟ ਕੀ ਕਰਦੇ ਨੇ, ਜਿਨ੍ਹਾਂ ਨੂੰ ਥੈਰੇਪੀਜ਼ ਦੀ ਲੋੜ ਹੁੰਦੀ ਉਹਨਾਂ ਨੂੰ ਸਾਈਕੋਲੋਜਿਸਟ ਕੋਲ ਭੇਜ ਦਿੰਦੇ ਨੇ। ਜਿਨ੍ਹਾਂ ਨੂੰ ਫਿਜ਼ੀਕਲ ਐਕਟੀਵਿਟੀ ਦੀ ਲੋੜ ਹੁੰਦੀ ਆ ਉਹ ਉਹਨਾਂ ਨੂੰ ਸੁਜੈਸਟ ਕਰ ਦਿੰਦੇ ਨੇ। ਤੇ ਹੌਲੀ ਇਹ ਸਭ ਦੇ ਨਾਲ ਉਹ ਕੀ ਕਰਦੇ ਨੇ, ਮੈਡੀਸਨ ਟੇਪਰ ਆਊਟ ਕਰਕੇ ਐਂਡ ਵਿੱਚ ਉਹ ਫਿਨਿਸ਼ ਕਰ ਦਿੰਦੇ ਨੇ। ਸੋ ਇਹ ਸੀ ਸਾਡਾ ਅੱਜ ਦਾ ਮੇਨ ਟੌਪਿਕ, ਲਾਈਕ ਵੈਨ ਟੂ ਸੀ ਅ ਸਾਈਕੈਟ੍ਰਿਸਟ। ਇਹਦਾ ਮੇਨ ਜਿਹੜਾ ਸਾਰਾ ਟੌਪਿਕ ਹੀ ਪੇਨ ਦੇ ਆਲੇ ਦੁਆਲੇ ਘੁੰਮ ਰਿਹਾ ਹੈ ਕਿ ਜਿਹੜੀ ਸਾਡੀ ਪੇਨ ਆ ਉਹ ਸਿਰਫ ਜ਼ਰੂਰੀ ਨਹੀਂ ਕਿ MRIs ਵਿੱਚ ਹੀ ਆਵੇ ਤਾਂ ਉਹ ਪੇਨ ਆ। ਜੇ ਉਹ ਕਿਸੇ ਰਿਪੋਰਟ 'ਚ ਨਹੀਂ ਆ ਰਹੀ, ਇਟ ਮੀਨਸ ਯੂ ਨੀਡ ਟੂ ਸੀ ਅ ਸਾਈਕੈਟ੍ਰਿਸਟ। ਉਹ ਸਾਈਕੋਲੋਜੀਕਲ ਪੇਨ ਆ।
So this was all about today's topic. ਹੁਣ ਤੁਸੀਂ ਸਾਰੇ ਜਿਹੜੇ ਵੀ basic questions ਆ ਤੁਸੀਂ ਕਰ ਸਕਦੇ ਹੋ, you can ask. ਠੀਕ ਹੈ, ਥੈਂਕ ਯੂ ਸਰ। ਅੱਜ ਸਾਨੂੰ ਇਹ ਹਾਂਜੀ। ਦੱਸਿਆ ਕਿ ਸਿਮਰਨਜੀਤ ਕੌਰ ਨੇ ਦੱਸਿਆ ਕਿ ਅਵੋਇਡ ਕਰਨਾ ਕਿੱਦਾਂ ਕਰਨਾ, ਨੈਚੁਰਲ ਸਨਲਾਈਟ 'ਚ ਬੈਠੋ, ਫਿਜ਼ੀਕਲ ਐਕਟੀਵਿਟੀ ਕਰੋ, ਜਿਹੜਾ ਤੁਹਾਡਾ ਸ਼ੌਂਕ ਹੈ, ਹੈਬਿਟ ਹੈ ਕੋਈ, ਉਹ 'ਤੇ ਟਾਈਮ ਦਿਓ। ਦੱਸਿਆ ਕਿ 30 ਮਿੰਟ 30 ਭਾਵੇਂ ਜਿੰਨਾ ਮਰਜ਼ੀ ਆਪਣੇ ਸ਼ੌਂਕ 'ਤੇ ਜਿੰਨਾ ਮਰਜ਼ੀ ਟਾਈਮ ਵੱਧ ਬਿਤਾਓ। ਅਤੇ ਬਾਕੀ ਕੀ ਕਹਿੰਦੇ ਹੁੰਦੇ, ਆਪਣਾ ਵੱਧ ਤੋਂ ਵੱਧ ਚੰਗੀ ਖੁਰਾਕ ਖਾਓ, ਇਹ ਗੱਲਾਂ ਦੱਸੀਆਂ ਅਤੇ ਤਾਂ ਕਿ ਤੁਹਾਨੂੰ ਸਹੀ ਗਾਈਡੈਂਸ ਮਿਲ ਸਕੇ। ਹਾਂਜੀ, ਹੁਣ ਕਿਸੇ ਨੇ ਵੀ ਕੋਈ ਆਪਣਾ ਸਵਾਲ ਪੁੱਛਣਾ ਹੋਵੇ ਜਾਂ ਗਾਈਡ ਕਰਨਾ ਹੋਵੇ, ਕੋਈ ਕੁਛ ਕਰ ਸਕਦਾ ਸਾਨੂੰ, ਕਿਸੇ ਕੋਈ ਕੁਐਸਚਨ ਹੋਵੇ ਆਪਣੇ। I want to say that thanks, Gudar. We fully understand, well explained. So this is good for everybody. Everyone. Thank you so much. ਠੀਕ ਹੈ। Simply we like for me, I have never ਮਤਲਬ ਵੀ ਇਦਾਂ ਦਾ knowledge ਕਿਸੇ ਨੇ ਸਾਨੂੰ ਦਿੱਤਾ ਹੀ ਨਹੀਂ ਕਦੀ ਪਹਿਲਾਂ। ਜੋ ਸਾਨੂੰ ਅੱਜ ਮੈਨੂੰ ਮਿਲਿਆ ਨਾ, ਸਿੱਖਣ ਨੂੰ ਮਿਲਿਆ ਸਿੰਪਲ ਵੇ। ਨੌਲੇਜ ਉਹ ਹੁੰਦਾ ਜੋ ਤੁਹਾਡੇ ਦਿਮਾਗ ਦੇ ਵਿੱਚ ਅੰਦਰ ਇੰਟਰ ਕਰ ਜਾਵੇ, ਤੇ ਜੋ ਸਾਡੇ ਦਿਮਾਗ ਦੇ ਵਿੱਚ ਜੋ ਲਿਸਨ ਕੀਤਾ ਉਹ ਦਿਮਾਗ 'ਚ ਇੰਟਰ ਕਰ ਗਿਆ, ਬਸ ਇਹ ਆ। ਦੈਟਸ ਆਲ। ਥੈਂਕ ਯੂ ਵੈਰੀ ਮਚ। ਹਾਂਜੀ, ਗੁਰਮੀਤ ਕੌਰ ਭੈਣ ਜੀ, ਤੁਸੀਂ ਕੁਛ ਕਹਿਣਾ ਚਾਹੋਗੇ? ਹਾਂਜੀ ਜੀ, ਬਹੁਤ ਅੱਛੀ ਤਰ੍ਹਾਂ ਬੇਟੀ ਨੇ ਡਿਸਕ੍ਰਾਈਬ ਕੀਤਾ, ਲੇਕਿਨ ਬਹੁਤ ਅੱਛਾ ਐਕਸਪਲੇਨ ਕੀਤਾ ਕਿ ਕਦੋਂ ਸਾਨੂੰ ਸਾਈਕੈਟਰੀ ਕੋਲ ਜਾਣਾ ਚਾਹੀਦਾ, ਕਦੋਂ ਸਾਈਕੋਲੋਜਿਸਟ ਕੋਲ ਜਾਣਾ ਚਾਹੀਦਾ। ਮੈਂ ਇੱਥੇ ਥੋੜਾ ਜਿਹਾ ਐਡ ਵੀ ਕਰਨਾ ਚਾਹਨੀ ਆ। ਐਕਸਕਿਊਜ਼ ਮੀ, ਜਿਹੜੀ ਮੇਰਾ ਫੈਨ, ਹਾਂਜੀ ਸੌਰੀ, ਕਿ ਐਕਚੁਅਲੀ ਜਦੋਂ ਸਾਡੀਆਂ ਜਿਹੜੀਆਂ ਪ੍ਰੋਬਲਮ ਹੁੰਦੀਆਂ ਇਮੋਸ਼ਨਲ ਹੁੰਦੀਆਂ ਨਾ, ਤੇ ਸਾਨੂੰ ਉਹਨੂੰ ਅਸੀਂ ਸਾਈਕੋਸੋਮੈਟਿਕ ਪ੍ਰੋਬਲਮ ਵੀ ਕਹਿੰਦੇ ਆ। ਉਸ ਵੇਲੇ ਸਾਨੂੰ ਕਿਸੇ ਨਿੱਜੀ ਦੋਸਤ ਦੀ ਜਾਂ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਅਸੀਂ ਕੌਨਫੀਡੈਂਸ਼ੀਅਲ ਕੋਈ ਰੱਖ ਸਕੇ, ਚਾਹੇ ਉਹ ਆਪਣਾ ਫਰੈਂਡ ਹੋਵੇ, ਚਾਹੇ ਉਹ ਸਾਡਾ ਕੋਈ ਰਿਸ਼ਤੇਦਾਰ ਹੋਵੇ, ਉਹਦੇ ਕੋਲ ਸਾਨੂੰ ਪਹਿਲਾਂ ਆਪਣਾ ਇਮੋਸ਼ਨਲ ਜਿਹੜਾ ਬੈਗੇਜ ਹੁੰਦਾ ਨਾ, ਉਹ ਰਿਲੀਜ਼ ਕਰਨਾ ਚਾਹੀਦਾ ਆ। ਸਾਈਕੋਲੋਜਿਸਟ ਜਿਹੜੇ ਨੇ ਉਹ ਤੁਹਾਡਾ ਇਮੋਸ਼ਨਲ ਬੈਗੇਜ ਰਿਲੀਜ਼ ਕਰਦੇ ਨੇ। ਮੀਨਜ਼ ਕਈ ਵਾਰੀ ਇਨਸਾਨ ਆਪਣੇ ਪਰਿਵਾਰ ਨੂੰ ਆਪਣੀ ਇਮੋਸ਼ਨਲ ਗੁੰਝਲ ਜਿਹੜੀ ਉਹ ਓਪਨ ਨਹੀਂ ਕਰਦਾ, ਕਿ ਜੇ ਮੈਂ ਆਪਣੇ ਪਰਿਵਾਰ ਵਿੱਚ ਦੱਸਿਆ ਤੇ ਉਹ ਕੀ ਸਮਝਣਗੇ। ਉਹ ਲਾਈਕ ਉਹਦਾ ਉਹ ਪ੍ਰਾਈਵੇਟ ਇਮੋਸ਼ਨਲ ਟਰਮਾਈਲ ਹੁੰਦਾ ਆ। ਤੇ ਉਸ ਵੇਲੇ ਮਤਲਬ ਸਭ ਤੋਂ ਬੈਸਟ ਕੰਮ ਉਸ ਵੇਲੇ ਇੱਕ ਗੁੱਡ ਫਰੈਂਡ ਕਰਦਾ ਆ, ਜਿਹੜਾ ਟਰਸਟ ਵਰਦੀ ਹੋਵੇ। ਉਹਦੇ ਨਾਲ ਤੁਸੀਂ ਆਪਣੀ ਇਮੋਸ਼ਨਸ ਨੂੰ ਲੈਟ ਆਊਟ ਜ਼ਰੂਰ ਕਰੋ। ਉਹਨੂੰ ਕਹਿੰਦੇ ਨੇ ਲੈਟ ਆਊਟ ਕਰਨਾ। ਉਹਦੇ ਨਾਲ ਸਾਡੀ ਜਦੋਂ ਅਸੀਂ ਕਹਿੰਦੇ ਹੁੰਦੇ ਦੇਰ ਇਜ਼ ਏ ਵਨ ਥੈਰਾਪੀ ਕਾਲਡ ਲਿਸਨਿੰਗ ਥੈਰਾਪੀ, ਕਿ ਜਦੋਂ ਇਨਸਾਨ ਦੀ ਤੁਸੀਂ ਕੋਈ ਹਾਰਟ ਦੇ ਨਾਲ ਇਮੋਸ਼ਨਲ ਪ੍ਰੋਬਲਮ ਸੁਣਦਾ, ਤੇ ਉਸ ਜਿਹੜਾ ਸੁਣਾ ਰਿਹਾ ਹੁੰਦਾ ਉਹਨੂੰ ਸੁਣਾਉਣ ਵਿੱਚ ਹੀ ਉਹ ਥੈਰਾਪੀ ਦਾ ਕੰਮ ਕਰਦੇ ਆ। ਉਹਦਾ ਬਹੁਤ ਸਾਰਾ ਬੋਝ ਜਿਹੜਾ ਇਮੋਸ਼ਨਲ ਹੁੰਦਾ ਉਹ ਸੁਣਾਉਣ ਦੇ ਵਿੱਚ ਹੀ ਰਿਲੀਜ਼ ਹੋ ਜਾਂਦਾ ਆ, ਤੇ ਇਨਸਾਨ ਬਹੁਤ ਰਿਲੈਕਸ ਫੀਲ ਕਰਦਾ ਔਰ ਗੁੱਡ ਫੀਲ ਕਰਦਾ ਆ। ਸਭ ਤੋਂ ਜਿਹੜਾ ਈਜ਼ੀਐਸਟ ਵੇ ਹੁੰਦਾ ਉਹ ਇਹ ਹੁੰਦਾ ਕਿ ਫਾਈਂਡ ਕੌਨਫੀਡੈਂਸ਼ੀਅਲ ਫਰੈਂਡ। ਕਿਸੇ ਫਰੈਂਡ ਨੂੰ ਤੁਸੀਂ ਫਾਈਂਡ ਆਊਟ ਕਰੋ ਜਿਹੜਾ ਕਿ ਤੁਹਾਡੀ ਪ੍ਰਾਈਵੇਟ ਗੱਲ ਨੂੰ ਆਪਣੀ ਤੱਕ ਹੀ ਰੱਖ ਸਕੇ। ਕਿਉਂਕਿ ਲੋਕ ਓਪਨ ਕਿਉਂ ਨਹੀਂ ਹੁੰਦੇ? ਕਿਉਂਕਿ ਉਹਨਾਂ ਨੂੰ ਟਰਸਟ ਨਹੀਂ ਬਣਦਾ ਫਰੈਂਡਸ ਉੱਤੇ ਵੀ। ਉਹਦੇ ਕੋਲੋਂ ਗੱਲ ਸੁਣ ਕੇ ਦੂਜਿਆਂ ਦੇ ਕੋਲ ਦੱਸ ਦਿੰਦੇ ਨੇ, ਜਿਹਦੇ ਕਰਕੇ ਅੱਜ ਕੱਲ੍ਹ ਇਹ ਟ੍ਰੈਂਡ ਆ ਕਿ ਹਰ ਬੰਦਾ ਡਰਦਾ ਆ, ਬਹੁਤ ਸਕੇਅਰਡ ਹੁੰਦਾ ਕਿ ਮੈਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਾ ਹੀ ਦੱਸਾਂ ਤਾਂ ਠੀਕ ਹੈ। ਤੇ ਉਹ ਕੀ ਹੁੰਦਾ, ਅੰਦਰ ਉਹ ਨੈਗੇਟਿਵਿਟੀ ਦੇ ਨਾਲ ਭਰਦਾ ਰਹਿੰਦਾ। ਇੱਕ ਦਿਨ ਉਹ ਫਿਰ ਵਿਸਫੋਟ ਹੋ ਜਾਂਦਾ ਉਹਦਾ, ਜਿਹਨੂੰ ਆਪਾਂ ਡਿਪਰੈਸ਼ਨ ਕਹਿੰਦੇ ਆ, ਜਾਂ ਕੋਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਈ ਨਾ ਕੋਈ ਬਿਮਾਰੀ ਉਹਦੀ ਲੱਗ ਜਾਂਦੀ ਆ। ਸੋ ਇਹਦਾ ਜਿਹੜਾ ਬੈਸਟ ਸੋਲੂਸ਼ਨ ਜੋ ਮੈਂ ਮਤਲਬ ਲੋਕਾਂ ਨਾਲ ਕਰਦੀ ਆ, ਸਪੈਸ਼ਲੀ ਮੈਂ ਲੇਡੀਜ਼ ਔਰ ਕੁੜੀਆਂ ਦੇ ਨਾਲ, ਉਹ ਇਹ ਆ ਕਿ ਮੈਂ ਕਹਿੰਦੀ ਆ ਤੁਸੀਂ ਮੇਰੇ ਤੇ ਰੱਬ ਵਰਗਾ ਵਿਸ਼ਵਾਸ, ਉਹਨਾਂ ਦਾ ਮੈਂ ਪਹਿਲਾਂ ਟਰਸਟ ਬਣਾਉਣੀ ਆ ਆਪਣੇ ਉੱਤੇ, ਕਿ ਜਿਹੜੀ ਵੀ ਗੱਲ ਤੁਹਾਡੇ ਦਿਲ ਵਿੱਚ ਹੈਗੀ ਆ ਤੁਸੀਂ ਓਪਨ ਕਰ ਦਿਓ, ਔਰ ਇਹ ਰੱਬ ਵਾਂਗਰੇ ਤੁਹਾਡੀ ਗੱਲ ਕਿਤੇ ਵੀ ਬਾਹਰ ਨਹੀਂ ਜਾਣੀ, ਔਰ ਲੋਕ ਉਹਦੇ ਨਾਲ ਹੀਲ ਹੋ ਰਹੇ ਨੇ। ਇਹ ਮੇਰਾ ਨਿੱਜੀ ਐਕਸਪੀਰੀਅੰਸ ਹੈ, ਈਵਨ ਸਪੈਸ਼ਲੀ ਲੇਡੀਜ਼, ਕਿਉਂਕਿ ਲੇਡੀਜ਼ ਦੇ ਅੰਦਰ ਬਹੁਤ ਕੁਛ ਚੱਲਦਾ ਹੁੰਦਾ ਔਰ ਸਟੂਡੈਂਟ ਦੇ ਅੰਦਰ ਬਹੁਤ ਕੁਛ ਚੱਲਦਾ ਹੁੰਦਾ। ਤੇ ਉਹ ਇਹ ਚੀਜ਼ ਜਿਹੜੀ ਆ ਕਿ ਤੁਸੀਂ ਜਾਂ ਆਪ ਉਹਦੇ ਲਈ ਅਵੇਲੇਬਲ ਹੋ ਜਾਓ, ਜਾਂ ਤੁਸੀਂ ਅਗਲੇ ਨੂੰ ਇਹ ਗੱਲ ਗਾਈਡ ਕਰ ਦਿਓ ਕਿ ਪਲੀਜ਼ ਫਾਈਂਡ ਯੂਅਰ ਟਰਸਟ ਵਰਦੀ ਫਰੈਂਡ।
ਬਿਲਕੁਲ ਆਈ ਐਗਰੀ ਤੁਸੀਂ ਵੀ ਬਹੁਤ ਹੀ ਵਧੀਆ ਤਰ੍ਹਾਂ ਐਕਸਪਲੇਨ ਕੀਤਾ ਹੈ, ਕਿਉਂਕਿ ਬਹੁਤ ਜਿਹੇ ਲੋਕਾਂ ਲਈ ਇਹ ਸਮਝਣਾ ਹੀ ਬਹੁਤ ਮੁਸ਼ਕਿਲ ਹੋਇਆ ਪਿਆ ਅੱਜ ਦੇ ਟਾਈਮ 'ਚ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਗੱਲਾਂ ਬਾਤਾਂ ਰਾਹੀਂ ਆਪਾਂ ਕਿਵੇਂ ਕਿਸੇ ਦਾ ਸਟ੍ਰੈਸ ਘੱਟ ਕਰ ਸਕਦੇ ਹਾਂ। ਪਰ ਜਿਹੜਾ ਬੰਦਾ ਸਟ੍ਰੈਸ 'ਚੋਂ ਗੁਜ਼ਰ ਰਿਹਾ ਹੁੰਦਾ ਹੈ ਉਸ ਟਾਈਮ, ਜਿਹੜਾ ਸਫਰ ਕਰ ਰਿਹਾ ਹੁੰਦਾ, ਸਿਰਫ ਉਸ ਨੂੰ ਹੀ ਪਤਾ ਆ ਕਿ ਉਹ ਕਿੰਨਾ ਹਲਕਾ ਫੀਲ ਕਰੂਗਾ ਗੱਲ ਕਰਨ ਤੋਂ ਬਾਅਦ। ਜੀ ਜੀ ਸੋ ਸਾਨੂੰ ਸਾਰਿਆਂ ਨੂੰ ਆਸ-ਪਾਸ ਚੈੱਕ ਕਰਦੇ ਰਹਿਣਾ ਚਾਹੀਦਾ ਆ, ਆਪਣੇ ਫਰੈਂਡ ਸਰਕਲ ਵਿੱਚ, ਇਵਨ ਕਿ ਫੈਮਿਲੀ ਬਿਲਕੁਲ। ਮੈਂਬਰਸ ਵਿੱਚ ਵੀ ਸਾਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਮੈਂ ਆ। ਤੁਹਾਨੂੰ ਇੱਥੇ ਬੇਟਾ ਇੱਕ ਐਗਜ਼ਾਮਪਲ ਹਾਂਜੀ ਦਿੰਦੀ, ਜਿੱਦਾਂ ਤੁਸੀਂ ਆਪਣੇ ਫਰੈਂਡ ਦੀ ਦਿੱਤੀ ਆ ਨਾ, ਕਿਉਂਕਿ ਮੈਂ ਤਾਂ ਹਾਂਜੀ ਬੋਲਣ ਲੱਗੀ ਆ ਇਹ ਗੱਲ, ਕਿਉਂਕਿ ਹੋ ਸਕਦਾ ਜਿੰਨੇ ਵੀ ਸੁਣਨ ਵਾਲੇ ਹੋਣ, ਉਹਨਾਂ ਦੇ ਆਪਣੇ ਜੀਵਨ ਵਿੱਚ ਜਾਂ ਉਹਨਾਂ ਦੇ ਕਿਸੇ ਵੀ ਰਿਲੇਸ਼ਨ ਦੇ ਵਿੱਚ ਉਹਨਾਂ ਦੀ ਇਹ ਘਟਨਾ ਜਿਹੜੀ ਆ ਕਿਸੇ ਨਾ ਕਿਸੇ ਨਾਲ ਜ਼ਰੂਰ ਵਾਪਰੀ ਹੋ ਸਕਦੀ ਆ। ਮਤਲਬ ਮੇਰੇ ਕੋਲ, ਮੈਂ ਤਾਂ ਇਸ ਕਰਕੇ ਦੱਸਣ ਲੱਗੀ ਕਿਉਂਕਿ ਇਹ ਕੌਨਫੀਡੈਂਸ਼ੀਅਲ ਹੈ। ਮੈਂ ਕਦੇ, ਕੌਨਫੀਡੈਂਸ਼ੀਅਲ ਦਾ ਮਤਲਬ ਹੁੰਦਾ ਕਿ ਮੈਂ ਕਦੇ ਕਿਸੇ ਦਾ ਨਾਮ ਨਹੀਂ ਲੈ ਸਕਦੀ। ਇੱਕ ਲੇਡੀ ਮੇਰੇ ਕੋਲ ਇੱਥੇ ਆਈ ਜਿਹੜੀ ਕਿ ਡਿਪਰੈਸ਼ਨ ਦੀਆਂ ਗੋਲੀਆਂ ਦੇ ਉੱਤੇ ਸੀਗੀ, ਡਾਕਟਰ ਨੇ ਉਹਨੂੰ ਡਿਪਰੈਸ਼ਨ 'ਚ ਪਾਤਾ। ਉਹ ਲੇਡੀ, ਸ਼ੀ ਇਜ਼ ਅਰਾਊਂਡ ਅਬਾਊਟ 45 40 ਪਲੱਸ 40 ਉਹ ਹੈਗੀ ਆ। ਤੇ ਉਹਨੂੰ ਪ੍ਰੋਬਲਮ, ਜਦੋਂ ਮੇਰੇ ਕੋਲ ਉਹਨੂੰ ਕਿਸੇ ਤੋਂ ਪਤਾ ਲੱਗ ਗਿਆ ਕਿ ਮੈਂ ਇਸ ਤਰ੍ਹਾਂ ਇਮੋਸ਼ਨਲ ਪ੍ਰੋਬਲਮਾਂ ਦਾ ਸੋਲੂਸ਼ਨ ਦੱਸਦੀ ਹਾਂ, ਹੱਲ ਕਰਦੀ ਹਾਂ, ਤੇ ਉਹ ਕਿਸੇ ਦੇ ਕੋਲ ਫੋਨ ਲੈ ਕੇ ਮੇਰੇ ਕੋਲ ਆਈ ਜਾਂਦੇ। ਤੇ ਮੈਂ ਉਹਨੂੰ ਪੁੱਛਿਆ ਕਿ ਮਤਲਬ ਕਿ ਉਹ ਸਟੋਰੀ ਨੈਚੁਰਲੀ ਪੁੱਛਣੀ ਸੀ ਮੈਂ ਉਹਨੂੰ। ਤੇ ਜਦੋਂ ਮੈਂ ਸਟੋਰੀ ਪੁੱਛੀ ਤਾਂ ਉਹਦੀ ਸਟੋਰੀ ਦੇਖੋ ਕੀ ਹੈ, ਕਿ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਅਨਨੈਸੈਸਰਲੀ ਉਹਨਾਂ ਨੂੰ ਅਸੀਂ ਗਿਲਟ ਦਾ ਰੂਪ ਦੇ ਦਿੰਦੇ ਆ, ਗਿਲਟ, ਜਦ ਕਿ ਉਹ ਚੀਜ਼ਾਂ ਦੂਸਰੀਆਂ ਕੌਮਾਂ ਦੇ ਵਿੱਚ ਮਤਲਬ ਉਹਨਾਂ ਨੂੰ ਕੋਈ ਉਹ ਵਾਲਿਡ ਹੀ ਨਹੀਂ ਕਰਦੀਆਂ, ਉਹ ਐਗਜ਼ਿਸਟ ਹੀ ਨਹੀਂ ਕਰਦੀਆਂ ਉਹ ਗੱਲਾਂ। ਉਹ ਗੱਲ ਕਿਹੜੀ ਕਿ ਜਿਹੜੀ ਆਮ ਹਰ ਬੰਦੇ ਦੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਵਾਪਰਦੀ ਆ, ਉਹ ਇਹ ਕਿ ਸ਼ੀ ਵਾਜ਼ ਮੈਰਿਡ ਹੈਵਿੰਗ ਟੂ ਚਿਲਡਰਨ, ਠੀਕ ਹੈ, 1 10 ਐਂਡ 1 12 years old। ਤੇ ਉਹ ਕਿਸੇ ਬੰਦੇ ਨਾਲ ਮੈਰਿਡ ਹੋ ਕੇ ਕਿਸੇ ਨਾਲ ਉਹਦਾ ਅਫੇਅਰ ਹੋ ਗਿਆ, ਕਿਸੇ ਹੋਰ ਬੰਦੇ ਨਾਲ। ਲੇਕਿਨ ਉਹ ਉਹਨਾਂ ਦਾ ਆਪਸ ਵਿੱਚ ਹੀ ਬਹੁਤ ਮਤਲਬ ਲਵ ਪੈ ਗਿਆ। ਦੇ ਵਰ ਵੈਰੀ ਲਵ ਟੂ ਈਚ ਅਦਰ, ਐਂਡ ਉਹਨਾਂ ਦਾ ਇੱਕ ਦੂਸਰੇ ਤੇ ਟਰਸਟ ਵੀ ਪੈ ਗਿਆ। ਫਿਊ ਈਅਰਸ ਉਹਨਾਂ ਦੇ ਇਸੇ ਤਰ੍ਹਾਂ ਗੁਜ਼ਰ ਗਏ। ਲੇਕਿਨ ਆਫਟਰ ਫਿਊ ਈਅਰਸ ਉਸ ਲੜਕੀ ਨੂੰ ਉਹਦੇ ਅੰਦਰ ਇੱਕ ਗਿਲਟ ਨੇ ਕ੍ਰੀਏਟ ਕਰ ਲਿਆ ਕਿ ਆਈ ਐਮ ਰੋਂਗ, ਆਈ ਐਮ ਔਨ ਦਾ ਰੋਂਗ ਟਰੈਕ। ਹੁਣ ਉਹ ਗੱਲ, ਇਹ ਵਾਲੀ ਗੱਲ ਨਾ ਕਿਸੇ ਨੂੰ ਵੀ ਉਹ ਦੱਸ ਨਹੀਂ ਸਕਦੀ ਕਿ ਵਟਸ ਗੋਇੰਗ ਔਨ ਵਿਦਨ ਮਾਈ ਮਾਈਂਡ ਐਂਡ ਵਿਦਨ ਮਾਈ ਹਾਰਟ, ਕਿ ਮੈਂ ਉਹਨੂੰ ਉਹ ਗੱਲ ਵੀ ਮੈਂ ਹੁਣ ਨਾ ਉਹਦੇ ਕੋਲੋਂ ਛੁੱਟ ਸਕਦੀ ਹਾਂ, ਨਾ ਮੈਂ ਮਤਲਬ ਮੈਂ ਕਿਸੇ ਨੂੰ ਇਹ ਪ੍ਰੋਬਲਮ ਦੱਸ ਸਕਦੀ ਹਾਂ। ਨੈਚੁਰਲੀ ਹੀ ਉਹਦੇ ਅੰਦਰ ਇੱਕ ਟਰਮਾਈਲ ਤੇ ਸਟ੍ਰੈਸ ਕ੍ਰੀਏਟ ਹੋ ਗਿਆ। ਉਹਨੇ ਉਸ ਬੰਦੇ ਨੂੰ ਛੱਡ ਦਿੱਤਾ ਜਿਹਦੇ ਨਾਲ ਉਹਦਾ ਅਫੇਅਰ ਸੀਗਾ, ਕਿਉਂਕਿ ਨੋ ਹੁਣ ਹੈਂਡਲ ਨਹੀਂ ਕਰ ਪਾ ਰਹੀ ਆਪਣੇ ਸਟ੍ਰੈਸ ਨੂੰ। ਛੱਡਣ ਤੋਂ ਬਾਅਦ 3 ਸਾਲ ਤੱਕ ਉਹ ਇਸ ਗਿਲਟ ਨੂੰ ਆਪਣੇ ਅੰਦਰ ਪਾਲਦੀ ਰਹੀ, ਔਰ ਉਹ ਕੋਸ਼ਿਸ਼ ਕਰੇ ਕਿ ਮੈਂ ਮਤਲਬ ਕਿਹਨੂੰ ਦੱਸਾਂ, ਜਿਹਨੂੰ ਮੈਂ ਦੱਸਾਂਗੀ ਉਹਦੀਆਂ ਨਜ਼ਰਾਂ ਦੇ ਵਿੱਚ ਮੈਂ ਬੈਡ ਲੇਡੀ ਕੰਸੀਡਰ ਹੋਵਾਂਗੀ। ਫਿਰ ਉਹ ਆਪਣੇ ਹਸਬੈਂਡ ਨੂੰ ਦੱਸਣਾ ਚਾਹੁੰਦੀ ਆ, ਫਿਰ ਉਹ ਤੋਂ ਉਹ ਸਕੇਅਰ ਹੁੰਦੀ ਆ ਕਿ ਵਟ ਇਫ ਜੇ ਮੇਰੇ ਹਸਬੈਂਡ ਨੇ ਮੈਨੂੰ ਡਿਵੋਰਸ ਦੇ ਦਿੱਤਾ, ਰਾਈਟ। ਹੁਣ ਇਹ ਗੱਲ ਉਹ ਲੇਡੀ ਨੇ ਇਤਨਾ ਅੰਦਰ ਆਪਣੇ ਬਿਠਾ ਲਈ 3 ਸਾਲ 'ਚ। ਸ਼ੀ ਵਾਜ਼ ਇਨ ਸੀਵੀਅਰ ਡਿਪਰੈਸ਼ਨ, ਔਰ ਡਾਕਟਰਾਂ ਦੇ ਕੋਲ ਵੀ ਨਹੀਂ ਦੱਸਦੀ ਜਾ ਕੇ, ਉਹ ਡਾਕਟਰਾਂ ਕੋਲ ਵੀ ਨਹੀਂ ਦੱਸਦੀ ਕਿ ਮੈਨੂੰ ਡਾਕਟਰ ਕੀ ਕਹਿਣਗੇ ਕਿ ਲੈ ਇਸ ਮੈਰਿਡ ਲੇਡੀ ਨੇ ਅਫੇਅਰ ਕੀਤਾ, ਰਾਈਟ। ਫਿਰ ਉਹ ਜਦੋਂ ਉਹਦੇ ਕੋਲ ਵੀ ਡਾਕਟਰਾਂ ਨੇ ਤਾਂ ਉਹਨੂੰ ਕੁਝ ਹੋਰ ਰੀਜ਼ਨ ਸਮਝ ਕੇ ਉਹਨੂੰ ਐਂਟੀ ਡਿਪਰੈਸ਼ਨ ਤੇ ਪਾਤਾ। ਲੇਕਿਨ ਫਿਰ ਜਦੋਂ ਮੇਰੇ ਕੋਲ ਉਹਨੇ ਸਾਰੀ ਮਤਲਬ ਰੋ ਕੇ ਉਹਨੇ ਮੇਰੇ ਕੋਲ ਕਹਾਣੀ ਸੁਣਾਤੀ ਉਹਨੇ, ਪਰ ਉਹਦੇ ਨਾਲ ਮੈਂ ਉਹਦੇ ਇੰਨੇ ਪਿਆਰ ਨਾਲ ਸੁਣੀ, ਆਪਣੇ ਹਾਰਟ ਨਾਲ ਸੁਣੀ ਉਹਦੀ ਗੱਲ। ਉਹ ਸੁਣਾਉਣ ਵਿੱਚ ਹੀ 50% ਸ਼ੀ ਫੈਲਟ ਆਲਰਾਈਟ, ਸ਼ੀ ਫੈਲਟ ਵੇਟਲੈਸ, ਹਨਾ। ਫਿਰ ਮੈਂ ਮਤਲਬ ਉਹ ਤੋਂ ਬਾਅਦ ਮੈਂ ਆਪਣੀ ਜੋ ਮੇਰੀ ਕਾਉਂਸਲਿੰਗ ਸੀਗੀ ਮੈਂ ਉਹਨੂੰ ਦਿੱਤੀ ਵੀ ਦੇयर इज ਨਥਿੰਗ ਟੂ ਫੀਲ ਗਿਲਟ ਇਨਸਾਈਡ। ਅਗਰ ਤੂੰ ਮਤਲਬ ਜੋ ਵੀ ਦਿਲ ਕਰਦਾ ਤੂੰ ਮੇਰੇ ਕੋਲ ਆਪਣੀ ਵੋਮਿਟਿੰਗ ਦੇ ਤੌਰ ਤੇ ਮੇਰੇ ਕੋਲ ਸਾਰਾ ਕੁਝ ਦੱਸ ਦੇ, ਇਹ ਇੱਥੇ ਹੀ ਡੰਪ ਹੋ ਜਾਏਗਾ। ਜਿਸ ਲਈ ਮੈਂ ਉਹਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਲੈ ਕੇ ਆਈ, ਤੇ ਜਦੋਂ ਉਹ ਬਿਲਕੁਲ ਆਪਣੀ ਪੂਰੀ 100% ਉਹ ਓਪਨ ਹੋ ਗਈ ਮੇਰੇ ਨਾਲ। ਤੇ ਲੇਕਿਨ ਜਦੋਂ ਉਹਨੇ ਦੱਸਿਆ ਫਿਰ ਮੈਂ ਮਤਲਬ ਉਹ ਦੱਸਣ ਦੇ ਵਿੱਚ ਹੀ ਮੇਰਾ ਕਹਿਣ ਦਾ ਮਤਲਬ ਕਿ ਉਹਨੇ ਆਪਣੀਆਂ ਇਮੋਸ਼ਨਸ ਨੂੰ ਇੱਕ ਆਊਟਲੈਟ ਦੇ ਦਿੱਤਾ ਵਿਦ ਕੌਨਫੀਡੈਂਸ, ਤੇ ਉਹ ਉਹਦੇ ਨਾਲ 50% ਠੀਕ ਹੋ ਗਈ। ਸਿਰਫ ਮੈਂ ਉਹਨੂੰ 3 ਕਾਉਂਸਲਿੰਗ ਦਿੱਤੀਆਂ, 1 hour 1 and 2 hours। ਨਾਓ ਸ਼ੀ ਇਜ਼ ਆਊਟ ਆਫ ਦਾ medication and she is doing perfect। ਦੇਖੋ I'm really glad to listen this. I'm really ਹਾਂਜੀ, glad.
ਇਹ ਜਿਵੇਂ ਤੁਸੀਂ ਦੱਸਿਆ ਗੁਰਮੀਤ ਕੌਰ ਭੈਣ ਜੀ ਨੇ, ਇਮੋਸ਼ਨਲ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਕਰੋ ਤਾਂ ਕਿ ਕੋਈ ਹੋਲਡ ਨਾ ਕਰ ਸਕੇ। ਤੁਸੀਂ ਸਾਰਾ ਹਾਂ, ਸਮਝਾਇਆ ਤਾਂ ਕਿਉਂਕਿ ਬਿਲਕੁਲ। ਪ੍ਰੋਬਲਮ ਹਾਂਜੀ ਇਹ ਹੈ ਕਿ ਉਹਨਾਂ ਨੂੰ ਕੋਈ ਕੌਨਫੀਡੈਂਸ਼ੀਅਲ ਬੰਦਾ ਨਹੀਂ ਮਿਲਦਾ ਹੁੰਦਾ, ਕੋਈ ਫਰੈਂਡ ਬਿਲਕੁਲ ਕੌਨਫੀਡੈਂਸ਼ੀਅਲ ਨਹੀਂ ਮਿਲਦਾ ਹੁੰਦਾ। ਸੋ ਮੈਂ ਇਹ ਕਹਿੰਦੀ ਹਾਂ ਕਿ ਸਾਨੂੰ ਇੱਕ ਦੂਸਰੇ ਦੇ ਲਈ ਟਰਸਟ ਜਿਹੜਾ ਉਹ ਡਿਵੈਲਪ ਕਰਨਾ ਚਾਹੀਦਾ, ਭਾਵੇਂ ਇੱਕ ਹੋਵੇ ਚਾਹੇ ਦੋ ਫਰੈਂਡ ਹੋਣ। ਜ਼ਿਆਦਾ ਨਹੀਂ ਹੁੰਦੇ ਟਰਸਟ ਵਰਦੀ ਫਰੈਂਡ, ਬਿਲਕੁਲ ਜ਼ਿਆਦਾ ਨਹੀਂ ਹੁੰਦੇ, ਇੱਕ ਜਾਂ ਮੈਕਸਿਮਮ ਦੋ। ਇਹ ਹਾਂਜੀ ਜ਼ਰੂਰ ਲਾਈਫ ਦੇ ਵਿੱਚ ਬਣਾਉਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਣਾ ਇਮੋਸ਼ਨਲ ਬੈਗੇਜ ਉਹਦੇ ਕੋਲ ਢੇਰੀ ਕਰ ਸਕੋ। ਠੀਕ ਹੈ। ਹੁਣ ਜਿਵੇਂ ਤੁਸੀਂ ਦੱਸਿਆ ਕਿ ਸਟ੍ਰੈਸ ਦੇ ਨਾਲ ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਡਿਸੀਜ਼ ਤੇ ਹੋਰ ਪਤਾ ਨਹੀਂ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ। ਇਸ ਕਰਕੇ ਸਟ੍ਰੈਸ ਤੋਂ ਬਚਾਉਣ ਦਾ ਤਰੀਕਾ ਵੀ ਦੱਸਦਾ ਵੀ ਆਪਣੇ ਆਪ ਨੂੰ। ਸਾਡਾ ਇਹੀ ਤਮੰਨਾ ਹੁੰਦੀ ਕਿ ਸਾਰੇ ਸਟ੍ਰੈਸ ਤੋਂ ਬਚਣ, ਕਿਉਂਕਿ ਮੈਂ ਇੱਕ ਸਟੱਡੀ ਪੜ੍ਹ ਰਿਹਾ ਸੀ, ਅਮਰੀਕਾ ਦੇ ਵਿੱਚ ਹੀ ਹਾਰਟ ਡਿਸੀਜ਼ ਜਿਹੜੀਆਂ ਜ਼ਿਆਦਾ ਸਟ੍ਰੈਸ ਨਾਲ ਹੁੰਦੀਆਂ, ਲਗਭਗ 700,000 ਪੀਪਲ ਹਾਰਟ ਡਿਸੀਜ਼ ਨਾਲ ਮਰਦੇ ਆ। ਜ਼ਿਆਦਾ ਸਟਾਰਟ ਹੁੰਦੀਆਂ ਸਟ੍ਰੈਸ ਦੇ ਨਾਲ, ਤੇ 120,000 ਪੀਪਲ ਡਾਈ ਐਵਰੀ ਈਅਰ ਐਜ਼ ਇਟ ਸਟ੍ਰੈਸ, ਵਰਕ ਰਿਲੇਟਡ ਸਟ੍ਰੈਸ ਨਾਲ ਮਰਦੇ ਅਮਰੀਕਾ ਦੇ ਵਿੱਚ। ਸੋ ਇਸ Yes. ਸਟ੍ਰੈਸ ਦਾ ਅਮਰੀਕਨ ਸਿਸਟਮ ਦੇ ਵਿੱਚ, ਕਿਉਂਕਿ ਸਾਡਾ ਸਿਸਟਮ ਹੀ ਇਦਾਂ ਦਾ ਕਿ ਸਾਨੂੰ ਬਹੁਤ ਸਟ੍ਰੈਸ 'ਚ ਕੰਮ ਕਰਨਾ ਪੈਂਦਾ, ਬਹੁਤ ਜ਼ਿਆਦਾ ਕੰਮ। ਪਤਾ ਨਹੀਂ ਆਪਾਂ ਪੂਰੇ ਫੁੱਲੀ ਇੰਨੇ ਪੈਸੇ ਕਮਾ ਲਏ, ਫਿਰ ਵੀ ਅਮਰੀਕਨ ਸਿਸਟਮ ਜਿਹੜਾ ਹੈਗਾ ਜ਼ਿਆਦਾ ਸਟ੍ਰੈਸ 'ਚ ਰਹਿੰਦੇ ਆ। ਹੋਰ ਪੈਸੇ ਕਮਾ ਲਈਏ, ਜ਼ਿੰਦਗੀ 'ਚ ਹੋਰ ਸਟ੍ਰੈਸ ਲੈ ਕੇ ਆਉਂਦਾ। ਇਸ ਕਰਕੇ ਆਪਦਾ ਆਪਣੇ ਤੇ ਟਾਈਮ ਦਿਓ, ਜਿਵੇਂ ਗਾਈਡੈਂਸ ਦਿੱਤਾ ਇਹਨਾਂ ਨੇ ਭੈਣ ਜੀ ਨੇ ਕਿ ਤੁਸੀਂ ਆਪਣੇ ਤੇ ਬਚੋ, ਸਟ੍ਰੈਸ ਤੋਂ ਬਚੋ। ਇੱਥੇ ਜੇ ਜਸਵੀਰ ਜੀ ਮੈਨੂੰ 1 ਮਿੰਟ ਲਈ ਪੌਜ਼ ਕਰਿਓ। ਮੈਂ ਹਾਂਜੀ ਇੱਥੇ ਜ਼ਰੂਰ ਦੱਸਣਾ ਚਾਹੂੰਗੀ ਕਿ ਮੈਂ ਡੀ ਸਟ੍ਰੈਸ ਕਰਨ ਵਾਸਤੇ ਹੀ ਮੈਂ ਮੈਡੀਟੇਸ਼ਨਸ ਕਰਾਉਣੀ ਆ, ਔਰ ਮੈਂ ਤੁਹਾਨੂੰ ਲਿੰਕ ਭੇਜਾਂਗੀ। ਕਿਉਂਕਿ ਇੱਥੇ ਸਾਨੂੰ 2 ਤਰ੍ਹਾਂ ਦੀ ਥੈਰੇਪੀ ਦੀ ਲੋੜ ਪੈਂਦੀ ਆ। ਇੱਕ ਸਾਨੂੰ ਐਜ਼ ਏ ਸਾਈਕੋਥੈਰੇਪੀ, ਮੀਨਸ ਲਾਈਕ ਜਿਸ ਤਰ੍ਹਾਂ ਬੇਟੀ ਨੇ ਦੱਸਿਆ ਸਾਈਕੋਲੋਜਿਸਟ ਦੀ ਹੈਲਪ, ਤੇ ਦੂਸਰੀ ਸਾਨੂੰ ਮੈਡੀਟੇਸ਼ਨ ਦੇ ਨਾਲ ਹਾਊ ਟੂ ਰਿਲੈਕਸ। ਜਿਲੇ ਅਸੀਂ ਰਿਲੈਕਸ ਹੁੰਨੇ ਆ ਤੇ ਫਿਰ ਸਾਡੇ ਅੰਦਰ ਆਕਸੀਟੋਨਨ ਜਿਹੜਾ ਤੇ ਡੋਪਾਮਾਈਨ ਹੈ, ਇਹ ਰਿਲੀਜ਼ ਹੁੰਦੇ ਨੇ। ਇਹਨਾਂ ਨੂੰ ਕਹਿੰਦੇ ਨੇ ਵੈਲ ਬੀਇੰਗ ਹਾਰਮੋਨਸ। ਉਹ ਉਦੋਂ ਹੀ ਸਾਡੇ ਬ੍ਰੇਨ ਰਿਲੀਜ਼ ਕਰਦਾ ਜਦੋਂ ਅਸੀਂ ਕੰਪਲੀਟ ਰਿਲੈਕਸੇਸ਼ਨ 'ਚ ਜਾਂਦੇ ਆ। ਤੇ ਮੈਂ ਮੈਡੀਟੇਸ਼ਨਾਂ ਵੀ ਹਾਊ ਟੂ ਰਿਲੈਕਸ, ਹਾਊ ਟੂ ਡੀ ਸਟ੍ਰੈਸ, ਮੈਂ ਮੈਡੀਟੇਸ਼ਨਾਂ ਕਰਾਉਣੀ ਆ। ਸੋ ਕੋਈ ਵੀ ਹੈ ਜੋ ਇੰਟਰਸਟਿੰਗ ਹੈ ਉਹ ਮੈਨੂੰ ਜੁਆਇਨ ਕਰ ਸਕਦਾ। ਤੁਸੀਂ ਮੇਰਾ ਲਿੰਕ ਕਿਰਪਾ ਕਰਕੇ ਜ਼ਰੂਰ ਦੇ ਦਿਓ ਤਾਂ ਕਿ ਮੈਂ ਸਾਰਾ ਕੁਝ ਫ੍ਰੀ ਆ, ਮੈਂ ਫ੍ਰੀ ਆਫ ਕਾਸਟ ਹੈ, ਮੈਂ ਕਦੀ ਚਾਰਜ ਨਹੀਂ ਕੀਤਾ। ਸੋ ਕੋਈ ਹਾਂਜੀ ਇਦਾਂ ਵੀ ਸਕੇਅਰਡ ਨਾ ਹੋਵੇ ਕਿ ਮੈਨੂੰ ਚਾਰਜ ਕਰਨਾ ਪੈਣਾ, ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਤਾਂ ਤੁਸੀਂ ਜਸਵੀਰ ਜੀ ਦੇ ਕੋਲੋਂ ਵੀ ਮੇਰਾ ਲਿੰਕ ਲੈ ਸਕਦੇ ਹੋ। ਹਾਂਜੀ, ਮੈਂ ਓਕੇ ਜੀ ਤੁਹਾਡਾ ਜ਼ਰੂਰ ਸ਼ੇਅਰ ਕਰ ਲੂੰਗਾ ਇਨਫੋਰਮੇਸ਼ਨ। ਥੈਂਕਸ। ਤੇ ਹਾਂਜੀ, ਜਾਂਦੇ ਜਾਂਦੇ ਸਾਡੇ ਨਾਲ ਹਰਜੀਤ ਸਿੰਘ ਜਾਂ ਹੋਰ ਵੀ ਕੋਈ ਕੁਐਸਚਨ ਹੋਵੇ, ਕੋਈ ਆਪਣੇ ਜਿਹੜੇ ਸੁਣ ਰਹੇ ਆ ਕੋਈ ਵੀ ਕੁਐਸਚਨ ਕਰ ਹਾਂਜੀ ਸਕਦੇ। ਮੈਂ ਗੱਲ ਕਰਨੀ ਚਾਹਾਂਗੀ। ਹਾਂਜੀ, ਤੁਸੀਂ ਗੱਲ ਕਰੋ। ਮੈਂ ਇਹਨਾਂ ਦੱਸਿਆ ਕਿ ਹਾਂਜੀ ਹਾਂਜੀ ਕਿਸੇ ਨੂੰ ਕੁਐਸਚਨ ਹੋਵੇ ਤੁਹਾਨੂੰ ਪਲੀਜ਼ ਸਾਨੂੰ ਜ਼ਰੂਰ ਹਾਂਜੀ ਕਰਕੇ ਹਾਂਜੀ ਜਾਵੇ। ਜ਼ਰੂਰ, ਹਾਂਜੀ ਕੁਐਸਚਨ ਜਿਹਨੂੰ ਹੈਗਾ ਉਹ ਜ਼ਰੂਰ ਵਿੱਚ ਪੁੱਛ ਸਕਦੇ ਨੇ। ਹਾਂਜੀ ਹਾਂਜੀ। ਤੇ ਜਿਹੜੀ ਵੀ ਹੁਣ ਸਾਰੀ ਸਟੋਰੀ ਇਹਨਾਂ ਨੇ ਹਨਾ ਸਾਨੂੰ ਸੁਣਾਈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਹਾਈਲਾਈਟ ਹੁੰਦੇ ਪਏ ਸੀ, ਉਹ 2 ਚੀਜ਼ਾਂ ਹਾਈਲਾਈਟ ਹੋ ਰਹੀਆਂ ਸੀ ਕਿ ਫੀਅਰ ਆਫ ਜਜਮੈਂਟ ਐਂਡ ਫੀਅਰ ਆਫ ਅਬੈਂਡਨਮੈਂਟ। ਇਹ ਸਾਰੀਆਂ ਚੀਜ਼ਾਂ ਇਹ ਸਾਰੇ ਜਿਹੜੇ ਸਾਡੇ ਫੀਅਰ ਹੁੰਦੇ ਆ ਨਾ, ਇਹ ਸਾਰੇ ਸਾਡੀ ਪਰਸਨੈਲਿਟੀ ਦੇ ਨਾਲ ਨਾਲ ਵੱਡੇ ਹੁੰਦੇ ਹੁੰਦੇ ਇਸ ਤਰ੍ਹਾਂ ਸਾਡੀ ਪਰਸਨੈਲਿਟੀ ਦਾ ਹਿੱਸਾ ਬਣ ਜਾਂਦੇ ਆ ਕਿ ਆਪਾਂ ਚਾਹ ਕੇ ਵੀ ਇਸ ਤੋਂ ਬਾਹਰ ਨਿਕਲਣ ਦੀ ਜੇ ਕੋਸ਼ਿਸ਼ ਵੀ ਕਰਦੇ ਆ ਤਾਂ ਆਪਾਂ ਉਸ 'ਚ ਨਿਕਲ ਨਹੀਂ ਪਾਉਂਦੇ। ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਟਰਾਮਾ ਰਿਸਪੌਂਸ। ਹੁਣ ਬੇਸਿਕਲੀ ਟਰਾਮਾ ਕੀ ਹੁੰਦਾ, ਕੋਈ ਵੀ ਇਹੋ ਜਿਹੀ ਬੁਰੀ ਵਾਰਦਾਤ ਜਿਹੜੀ ਤੁਹਾਡੇ ਨਾਲ ਵਾਪਰੀ ਹੁੰਦੀ ਆ, ਬੁਰੀ ਘਟਨਾ, ਬੈਡ ਐਕਸਪੀਰੀਐਂਸਿਸ ਇਨ ਲਾਈਫ, ਇਹ ਸਾਰੇ ਜਦੋਂ ਆਪਾਂ ਇਸ ਚੀਜ਼ ਦੇ ਨਾਲ ਵੱਡੇ ਹੁੰਨੇ ਆ, ਨਾਲ ਜੀਨੇ ਆ, ਹੌਲੀ ਹੌਲੀ ਸਮਾਂ ਲੰਘਦਾ ਤੇ ਇਹ ਸਾਰਾ ਸਾਡਾ ਟਰਾਮਾ ਹੁੰਦਾ ਆ। ਤੇ ਉਸ ਦੇ ਬਾਅਦ ਜਿਹੜੀ ਸਾਡੀ ਐਗਜ਼ੌਸ਼ਨ ਨਿਕਲਦੀ ਆ ਹਨਾ, ਘਰਦਿਆਂ ਦੇ ਉੱਤੇ ਚਿੜ ਨਿਕਲਦੀ ਆ, ਗੁੱਸਾ ਨਿਕਲਦਾ ਆ, ਬੰਦਾ ਚੀਜ਼ਾਂ ਸੁੱਟਦਾ ਆ, ਉਹ ਸਾਰੀਆਂ ਚੀਜ਼ਾਂ ਅਸਲ 'ਚ ਬੰਦੇ ਦੀ ਪਰਸਨੈਲਿਟੀ ਨਹੀਂ ਹੁੰਦੀਆਂ, ਉਹ ਉਸ ਦੀ ਪਰਸਨੈਲਿਟੀ ਬਣ ਚੁੱਕੀਆਂ ਹੁੰਦੀਆਂ ਨੇ। ਤੇ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਟਰਾਮਾ ਰਿਸਪੌਂਸ। ਟਰਾਮਾ ਹੁੰਦਾ ਜਿਹੜਾ ਪਾਸਟ ਐਕਸਪੀਰੀਅੰਸ ਵਿੱਚ ਉਹਨਾਂ ਦੇ ਨਾਲ ਕੋਈ ਬੁਰੀ ਘਟਨਾ ਵਾਪਰੀ ਹੋਵੇ, ਤੇ ਟਰਾਮਾ ਰਿਸਪੌਂਸ ਹੁੰਦਾ ਆ ਜਿਹੜੀ ਬੰਦੇ ਦੀ ਪਰਸਨੈਲਿਟੀ ਉਹ ਚੀਜ਼ਾਂ ਨੂੰ ਸਹਿ ਕੇ ਬਣ ਗਈ ਹੋਵੇ। ਸੋ ਇਹਨਾਂ ਸਾਰੀਆਂ ਚੀਜ਼ਾਂ ਚੋਂ ਬਾਹਰ ਨਿਕਲਣ ਲਈ, ਸਟ੍ਰੈਸ ਫ੍ਰੀ ਰਹਿਣ ਲਈ ਮੈਂ ਰਿਪੀਟ ਕਰਨਾ ਚਾਹਾਂਗੀ ਕਿ ਤੁਸੀਂ ਸਾਰੇ ਕੀ ਕਰ ਸਕਦੇ ਹੋ। ਸਨਲਾਈਟ, go outside and get a walk, eat healthy, get enough of sleep, ਟਾਈਮ ਸਿਰ ਸੋਵੋ, ਟਾਈਮ ਸਿਰ ਉੱਠੋ। ਛੋਟੀਆਂ-ਛੋਟੀਆਂ ਜਿਹੜੀਆਂ ਹੈਬਿਟਸ ਨੇ ਉਹਨਾਂ ਨੂੰ ਚੇਂਜ ਕਰਕੇ ਆਪਣੀ ਲਾਈਫਸਟਾਈਲ ਨੂੰ
ਚੇਂਜ ਕਰਕੇ ਆਪਾਂ ਸਟ੍ਰੈਸ ਫ੍ਰੀ ਹੋ ਸਕਦੇ ਹਾਂ। ਜਿਹੜੀਆਂ ਵੀ ਗੱਲਾਂ ਸਾਨੂੰ ਬਚਪਨ 'ਚ ਨਾ ਜਿਹੜੀਆਂ ਵੀ ਗੱਲਾਂ ਨਾਲ ਸਾਨੂੰ ਬਚਪਨ 'ਚ ਖਿਝ ਆਉਂਦੀ ਸੀ, ਯਾਰ ਕੀ ਆ ਮੰਮੀ ਕਹੀ ਜਾਂਦੇ ਆ ਛੇਤੀ ਸੌਣ ਲਈ, ਮੈਂ ਨਹੀਂ ਛੇਤੀ ਸੌਣਾ ਹੈਗਾ ਹਨਾ, ਮੈਂ ਤਾਂ ਲੇਟ ਤੱਕ ਜਾਗੂ, ਜਾਂ ਫਿਰ ਸਾਨੂੰ ਹਨਾ ਬਾਹਰ ਵਾਕ ਕਰਨ ਲਈ ਕਹਿੰਦੇ ਆ, ਵਾਕ ਕਰਕੇ ਕੀ ਹੋ ਜਾਊਗਾ, ਮੈਂ ਨਹੀਂ ਕਰਨੀ ਵਾਕ। ਇਹ ਸਾਰੀਆਂ ਚੀਜ਼ਾਂ ਸਾਨੂੰ ਛੋਟੇ ਹੁੰਦੇ ਬਿਲਕੁਲ ਨਹੀਂ ਪਤਾ ਹੁੰਦੀਆਂ ਕਿ ਇਹ ਕਿਉਂ ਕਹੀਆਂ ਜਾ ਰਹੀਆਂ ਨੇ। ਅਸਲ ਵਿੱਚ ਇਹੀ ਹੈਲਦੀ ਹੈਬਿਟਸ ਸਾਡੇ ਬ੍ਰੇਨ ਨੂੰ ਹੈਲਦੀ ਰੱਖ ਸਕਦੀਆਂ ਨੇ, ਬਿਕਾਜ਼ ਅ ਸਾਊਂਡ ਮਾਈਂਡ ਲਿਵਸ ਇਨ ਅ ਸਾਊਂਡ ਬੋਡੀ। ਜੇ ਸਾਡੀ ਸਿਹਤ ਠੀਕ ਰਹੂਗੀ ਤਾਂ ਸਾਡਾ ਦਿਮਾਗ ਠੀਕ ਰਹੂਗਾ, ਤੇ ਜੇ ਸਾਡਾ ਦਿਮਾਗ ਠੀਕ ਰਹੂਗਾ ਤਾਂ ਸਾਡੀ ਸਿਹਤ ਠੀਕ ਰਹੂਗੀ। ਸੋ ਆਪਾਂ ਡਰੱਗਸ ਨਹੀਂ ਕਰਨੇ, ਅਲਕੋਹਲ ਨਹੀਂ ਕੰਜ਼ਿਊਮ ਕਰਨੀ, ਠੀਕ ਹੈ, ਆਪਾਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਕਰਨੀ, ਆਪਾਂ ਜ਼ਿਆਦਾ ਬਹਿਣਾ ਨਹੀਂ। ਜ਼ਿਆਦਾ ਬਹਿਣਾ ਤਾਂ ਸਭ ਤੋਂ ਵੱਡਾ ਬਿਮਾਰੀ ਦਾ ਘਰ ਆ। ਇਵਨ ਡਾਕਟਰਸ ਕਹਿੰਦੇ ਆ ਕਿ ਐਵਰੀ 30 ਮਿੰਟਸ ਡੂ ਅ ਵਾਕ। 30 ਮਿੰਟਸ ਬਾਅਦ ਉੱਠੋ, ਚਾਹੇ ਤੁਸੀਂ 2 ਸਟੈਪ ਹੀ ਕਿਉਂ ਨਾ ਲਓ, ਤੁਸੀਂ 2 ਸਟੈਪ ਲੈ ਕੇ ਫਿਰ ਤੋਂ ਬੈਠੋ। ਇਹ ਸਾਰੀਆਂ ਚੀਜ਼ਾਂ, ਕੁਝ ਕੁ ਚੀਜ਼ਾਂ ਨੂੰ ਛੱਡ ਕੇ ਤੇ ਕੁਝ ਕੁ ਵਧੀਆ ਹੈਬਿਟਸ ਨੂੰ ਆਪਾਂ ਅਪਣਾ ਕੇ ਸਟ੍ਰੈਸ ਫ੍ਰੀ ਰਹਿ ਸਕਦੇ ਹਾਂ। ਬਹੁਤ ਹੀ ਆਸਾਨ ਹੈ। ਹਾਂਜੀ, ਜਿਹੜਾ ਸਫ਼ਰ ਕਰ ਰਿਹਾ ਹੁੰਦਾ ਹੈ ਉਹ ਲਈ ਮੁਸ਼ਕਿਲ ਹੋ ਸਕਦਾ, ਪਰ ਸਾਰੇ ਘਰਦਿਆਂ ਨੂੰ ਰਲ ਕੇ, ਸਾਰੇ ਫਰੈਂਡਸ ਨੂੰ ਰਲ ਕੇ, ਜੇ ਉਹ ਸਾਰੇ ਸਪੋਰਟ ਕਰਨ ਤਾਂ ਬੰਦਾ ਬੜੀ ਈਜ਼ੀਲੀ ਇਸ ਚੀਜ਼ ਚੋਂ ਬਾਹਰ ਆ ਸਕਦਾ ਹੈ। ਡਾਕਟਰਸ ਦੀ ਹੈਲਪ ਤੋਂ ਵੀ ਬਿਨਾਂ ਉਹ ਬਾਹਰ ਆ ਸਕਦਾ, ਜੇ ਉਹਨੂੰ ਪ੍ਰੋਪਰ ਸਪੋਰਟ, ਪ੍ਰੋਪਰ ਗਾਈਡੈਂਸ ਮਿਲ ਜਾਵੇ ਤਾਂ। ਠੀਕ ਹੈ, ਥੈਂਕ ਯੂ। ਹਾਂਜੀ। very well said. Yes. ਹਾਂਜੀ, ਥੈਂਕ ਯੂ। ਹਾਂਜੀ, ਆਪਣਾ ਐਂਡ ਤੇ ਲਾਸਟ ਆਪਣੇ 1-2 ਮਿੰਟ ਹੋਰ ਹੈ, ਕੋਈ ਕੁਐਸਚਨ ਕੱਲ ਹੋਵੇ? ਹਾਂਜੀ, ਇੱਕ ਗੱਲ ਕਹਿਣਾ ਚਾਹੁੰਦਾ। ਹਰਜੀਤ ਸਿੰਘ, ਹਾਂਜੀ ਕੀ ਕਹਿਣਾ ਕੁਐਸਚਨ? ਹਾਂਜੀ, ਉਹ ਡਿਪਰੈਸ਼ਨ ਦੇ ਬਾਰੇ 'ਚ ਆਪਣੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਹੈ, ਵੀ ਉਹਨਾਂ ਨੇ ਸੋਲੂਸ਼ਨ ਵੀ ਦਿੱਤਾ ਹੋਇਆ ਆ। ਅੱਜ ਮੈਂ ਕਿਤੇ ਸੁਣ ਰਿਹਾ ਸੀਗਾ, ਉਹ ਕਹਿੰਦੇ ਵੀ ਆਪਣਾ ਹੁਣ ਪਹਿਲੀ ਦੂਜੀ ਪੌੜੀ ਦੇ ਵਿੱਚ ਹੁੰਦਾ, ਸੋਚਿਆ ਸੋਚ ਨਾ ਹੋਵੀਏ ਜੇ ਸੋਚੀ ਲੱਖ ਵਾਰ। ਕਹਿੰਦੇ ਜੋ ਤੁਸੀਂ ਸੋਚ ਕੇ ਸੋਚਦੇ ਰਹਿੰਦੇ ਆ, ਉਹਦੇ ਨਾਲ ਕੁਛ ਨਹੀਂ ਹੁੰਦਾ, ਉਹਦੇ ਨਾਲ ਤੁਸੀਂ ਆਪਣੇ ਆਪ ਤੇ ਸਟ੍ਰੈਸ ਲੈਂਦੇ ਆ। ਇਹਨੂੰ ਕਿੱਦਾਂ ਕੀਤਾ ਜਾ ਸਕਦਾ? ਤੁਸੀਂ ਰੱਬ ਦਾ ਨਾਮ ਲੈ ਕੇ ਇਹਨੂੰ, ਇਸ ਸਟ੍ਰੈਸ ਚੋਂ ਤੁਸੀਂ ਨਿਕਲ ਸਕਦੇ ਆ, ਇਹ ਚੋਂ ਬਾਹਰ ਆ ਸਕਦੇ ਆ ਤੁਸੀਂ। ਹਾਂਜੀ, ਬਿਲਕੁਲ। ਯਾ ਤੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗੀ, ਤੁਸੀਂ YouTube ਦੇ ਉੱਤੇ ਬਾਇਨੌਰਲ ਬੀਟਸ ਸਰਚ ਕਰਕੇ 10-15 ਮਿੰਟ ਵੀ ਸੌਣ ਤੋਂ ਪਹਿਲਾਂ, ਜੇ ਤੁਸੀਂ ਸੌਂਦੇ ਹੋ ਆਰਾਮ ਨਾਲ ਰਿਲੈਕਸ ਹੋ ਕੇ ਉਹਨੂੰ ਸੁਣਦੇ ਹੋ ਸੌਣ ਤੋਂ ਪਹਿਲਾਂ, ਕਮਰੇ 'ਚ ਹਨੇਰਾ ਕਰਕੇ ਤੇ ਸਾਰੇ ਸ਼ੋਰ ਸ਼ਰਾਬੇ ਤੋਂ ਪਰੇ ਹੋ ਕੇ ਬਸ ਉਹਨੂੰ 10-15 ਮਿੰਟ ਤੁਸੀਂ ਸੁਣ ਸਕਦੇ ਹੋ ਬਾਇਨੌਰਲ ਬੀਟਸ ਨੂੰ। ਤੇ ਬਹੁਤ ਹੀ ਡਿਫਰੈਂਟ ਟਾਈਪਸ ਦੀਆਂ YouTube ਤੇ ਅਵੇਲੇਬਲ ਨੇ। ਇਹ ਅਸਲ 'ਚ ਕੀ ਕਰਦੀਆਂ ਨੇ, ਸਾਡਾ ਜਿਹੜਾ ਬ੍ਰੇਨ ਹੈ ਨਾ, ਸਟ੍ਰੈਸ ਦੀ ਵਜ੍ਹਾ ਨਾਲ, ਕੈਮੀਕਲ ਇੰਬੈਲੈਂਸ ਦੇ ਨਾਲ ਸਾਡੀ ਬ੍ਰੇਨ ਦੇ ਵਿੱਚ ਨਾ ਫਲਕਚੁਏਸ਼ਨਸ ਆ ਜਾਂਦੀਆਂ ਨੇ। ਉਹ ਫਲਕਚੁਏਸ਼ਨਸ ਕੈਮੀਕਲ ਇੰਬੈਲੈਂਸ ਕਰਕੇ ਹੁੰਦੀਆਂ ਨੇ, ਤੇ ਬਾਇਨੌਰਲ ਬੀਟ ਸੁਣਨ ਨਾਲ ਕੀ ਹੁੰਦਾ, ਜਿਹੜੀਆਂ ਫਲਕਚੁਏਸ਼ਨਸ ਬਹੁਤ ਜ਼ਿਆਦਾ ਅਪ ਡਾਊਨ ਹੋ ਰਹੀਆਂ ਹੁੰਦੀਆਂ ਨੇ ਨਾ, ਇਹ ਸਟ੍ਰੇਟ ਹੋ ਜਾਂਦੀਆਂ ਨੇ। ਹੌਲੀ ਟਾਈਮ ਦੇ ਨਾਲ ਇਹ ਸਿੱਧੀਆਂ ਹੋ ਜਾਂਦੀਆਂ ਨੇ, ਤੇ ਇਸ ਦੇ ਨਾਲ ਹੀ ਸਾਡਾ ਮਾਈਂਡ ਵੀ ਰਿਲੈਕਸ ਹੋ ਜਾਂਦਾ, ਤੇ ਫਿਰ ਆਪਾਂ ਸਟ੍ਰੈਸ ਤੋਂ ਵੀ ਦੂਰ ਹੁੰਦੇ ਹਾਂ। ਇਹ ਬਾਇਨੌਰਲ ਬੀਟ ਦਾ ਜਿਹੜਾ ਮੈਂ ਪਰਸਨਲੀ ਰეკਮੈਂਡ ਕਰੂੰਗੀ, ਬਾਇਨੌਰਲ ਬੀਟਸ ਤੋਂ ਵੀ ਹਟ ਕੇ ਚੌਪਈ ਸਾਹਿਬ ਹੈਗਾ ਆ YouTube ਤੇ, ਜਸਲੀਨ ਕੌਰ ਜੀ ਦਾ, ਲਾਈਕ ਉਹਦੀ ਥੋੜੀ ਐਨੀਮੇਟਡ ਪਿਕਚਰ ਬਣੀ ਹੋਈ ਆ ਬਾਬਾ ਜੀ ਦੀ, ਹਨਾ, ਬਰਡਸ ਬਣੇ ਹੋਏ ਨੇ ਵਿੱਚ, ਉਹ ਤੁਸੀਂ ਸੁਣੋਗੇ। ਇਸ ਤੋਂ ਵਧੀਆ ਨੀਂਦ ਮੈਂ ਤੁਹਾਨੂੰ ਕਹਿੰਦੀ, ਜੇ ਤੁਸੀਂ ਸੁਣ ਕੇ ਸੌਂਗੇ ਨਾ, ਤੁਸੀਂ ਉਹਨੂੰ ਆਪਣੀ ਇੱਕ ਪੱਕੀ ਆਦਤ, ਪੱਕੀ ਹੈਬਿਟ ਹੀ ਤੁਸੀਂ ਉਹਨੂੰ ਬਣਾ ਲਓਗੇ, ਜੇ ਤੁਸੀਂ ਉਹਨੂੰ ਇੱਕ ਵਾਰੀ ਸੁਣੋਗੇ। ਸੋ ਬਾਇਨੌਰਲ ਬੀਟ ਦੇ ਨਾਲ ਚੌਪਈ ਸਾਹਿਬ, ਇਸ ਤੋਂ ਵਧੀਆ ਹੋਰ ਸਾਨੂੰ ਕੀ ਚਾਹੀਦਾ? ਇਸ ਤੋਂ ਵਧੀਆ ਤਾਂ ਹੋਰ ਕੁਝ ਹੋ ਹੀ ਨਹੀਂ ਸਕਦਾ ਸਟ੍ਰੈਸ ਫ੍ਰੀ ਹੋਣ ਲਈ। ਸੋ ਇਸ ਚੀਜ਼ ਨੂੰ ਜ਼ਰੂਰ ਧਿਆਨ ਵਿੱਚ ਰੱਖਿਓ, ਤੇ ਅੱਜ ਸਾਰੇ ਜ਼ਰੂਰ ਟਰਾਈ ਕਰਿਓ। ਮੈਨੂੰ ਤਾਂ ਇਹ ਸੁਣਿਆ ਬਿਨਾਂ ਨੀਂਦ ਨਹੀਂ ਆਉਂਦੀ। ਸੋ ਥੈਂਕਸ ਥੈਂਕ ਯੂ ਸੋ ਮਚ ਤੁਹਾਡੇ Thank you. ਸਾਰਿਆਂ ਦਾ। ਤੁਸੀਂ ਹਾਂਜੀ, ਕੋਈ ਵੀ ਕੁਐਸਚਨ ਹੋਰ ਕਿਸੇ ਨੂੰ ਹੈਗਾ, ਤੁਸੀਂ ਪੁੱਛ ਸਕਦੇ ਹੋ। ਹਾਂਜੀ ਸਾਡੇ ਕੋਲ। ਬਹੁਤ ਅੱਛਾ ਕੀਤਾ ਬੇਟਾ। ਤੇ ਥੈਂਕ ਯੂ ਗੁਰਮੀਤ ਕੌਰ ਭੈਣ ਜੀ, ਥੈਂਕ ਯੂ ਸਿਮਰਨਜੀਤ Thank ਕੌਰ, you, Jasveer ji. ਤੇ And thank you, Beti ਹਾਂਜੀ Simran. Thank you. Very well done. Very well ਹਾਂਜੀ done. Thank you so much. Your answers were also completely, extremely impressive and ਬਹੁਤ ਹੀ ਬਹੁਤ ਹੀ ਜ਼ਿਆਦਾ ਟੁਕਵੇਂ ਸੀਗੇ। I can say ਟੁਕਵੇਂ ਸੀ। तो ਬਹੁਤ ਚੰਗਾ ਲੱਗਿਆ। ਓਕੇ, Thank you, ਥੈਂਕ ਯੂ beta. एवरीवन God ਫॉर bless ਜॉइनिंग। you. ਹਾਂਜੀ, God bless ਵਾਹਿਗੁਰੂ ਜੀ you ਕਾ all. ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।